ਸੋ 13ਵਾਂ ਭਾਵ ਉਸ ਦੀ 1 ਤੋਂ ਲੈ ਕੇ 7 ਆਇਤ। मैं पढ़ देना पास्टर जी। जिसने भी पढ़ना गो है, जिसने भी पढ़ना पूरा चैप्टर पे पढ़ना। ओके हाँ जी, हाँ, हाँ जी। बात दे विच ना रहे। सारिਆਂ ਨੂੰ जय मसीह दी। जय मसीह दी brother। ਬਾਕੀ ਬਚੇ ਇਲਾਕੇ ਯਹੋਸ਼ੂਆ ਬਹੁਤ ਵੱਡੀ ਉਮਰ ਦਾ ਸੀ। ਤਦ ਪ੍ਰਭੂ ਨੇ ਉਸ ਨੂੰ ਕਿਹਾ, ਤੂੰ ਕਾਫੀ ਬੁੱਢਾ ਹੋ ਗਿਆ ਹੈ, ਪਰ ਅਜੇ ਬਹੁਤ ਸਾਰੇ ਬਾਕੀ ਇਲਾਕੇ ਰਹਿ ਗਏ ਹਨ ਜਿਨ੍ਹਾਂ ਦੇ ਤੁਹਾਡਾ ਕਬਜ਼ਾ ਨਹੀਂ ਹੋਇਆ ਹੈ। ਉਹਨਾਂ ਇਲਾਕਿਆਂ ਦੇ ਇਹ ਨਾਂ ਹਨ: ਫਲਿਸਤੀ ਅਤੇ ਗਸੂਰੀ ਲੋਕਾਂ ਦੇ ਇਲਾਕੇ, 5 ਫਲਿਸਤੀ ਸ਼ਾਸਕਾਂ ਦੇ ਇਲਾਕੇ, ਅਜੀ, ਅਸ਼ਦੋਦੀ, ਅਸ਼ਕਲੋਨੀ, ਗਿੱਤੀ ਅਤੇ ਅਕਰੋਨੀ। ਇਹਨਾਂ ਦੇ ਇਲਾਕਿਆਂ ਦੀਆਂ ਹੱਦਾਂ ਸੀਹੋਰ ਜੋ ਮਿਸਰ ਦੇ ਪੂਰਬੀ ਵੱਲ ਤੋਂ ਲੈ ਕੇ ਉੱਤਰ ਵੱਲ ਅਕਰੋਨ ਤੱਕ ਚਲੀਆਂ ਜਾਂਦੀਆਂ ਹਨ। ਅਕਰੋਨ ਦੇ ਇਲਾਕੇ ਨੂੰ ਕਨਾਨ ਦਾ ਹਿੱਸਾ ਵੀ ਮੰਨਿਆ ਜਾਂਦਾ ਹੈ। ਅਵੀ ਲੋਕਾਂ ਦੇ ਦੇਸ਼ ਨਾਲ ਲੱਗਦਾ ਦੱਖਣ ਵਿੱਚ ਕਨਾਨ ਦੇਸ਼ ਦਾ ਸਾਰਾ ਇਲਾਕਾ, ਸਿਦੋਨੀ ਲੋਕਾਂ ਦਾ ਇਲਾਕਾ, ਮਰਾ ਜਿਸ ਦੀ ਹੱਦ ਅਮੋਰੀ ਲੋਕਾਂ ਦੀ ਹੱਦ ਅਫੇਕਾ ਤੱਕ ਹੈ, ਗਿਬਲੀ ਲੋਕਾਂ ਦਾ ਇਲਾਕਾ, ਸਾਰਾ ਲਬਾਨੋਨ ਜਿਸ ਦੀ ਇੱਕ ਹੱਦ ਪੂਰਬ ਵੱਲ ਬੁਆਲਗਾਦ ਤੱਕ ਅਤੇ ਦੱਖਣ ਵਿੱਚ ਹਬਰੋਨ ਪਹਾੜ ਤੋਂ ਲੈ ਕੇ ਹਮਾਥ ਦੇ ਰਾਹ ਤੱਕ। ਇਸ ਵਿੱਚ ਸਿਦੋਨੀ ਲੋਕਾਂ ਦਾ ਸਾਰਾ ਇਲਾਕਾ ਲਬਾਨੋਨ ਤੋਂ ਲੈ ਕੇ ਮਿਸਰਫੋਥਿਅਮ ਦੀ ਸ਼ਾਮਲ ਸੀ। ਮੈਂ ਆਪ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਇਸਰਾਏਲੀਆਂ ਅੱਗੋਂ ਕੱਢ ਦੇਵਾਂਗਾ, ਪਰ ਤੂੰ ਇਹ ਸਭ ਇਲਾਕੇ ਮੇਰੀ ਆਗਿਆ ਅਨੁਸਾਰ ਇਸਰਾਏਲੀ ਲੋਕਾਂ ਵਿੱਚ ਵੰਡ ਦੇਣਾ। ਤੂੰ ਇਹ ਧਰਤੀ ਬਾਕੀ ਦੇ 9 ਕਬੀਲਿਆਂ ਅਤੇ ਮਨਸ਼ਾ ਦੇ ਅੱਧੇ ਕਬੀਲੇ ਵਿੱਚ ਵੰਡ ਦੇਣਾ। ਪੜੇ ਸੁਣੇ ਤੇ ਸਾਰਿਆਂ ਨੂੰ ਬਰਕਤ ਮਿਲੇ। ਸੋ ਹੁਣ ਪ੍ਰਭੂ ਨੇ ਉਹੀ ਧਰਤੀ ਨਹੀਂ ਵੰਡੀ ਜਿਹੜੀ ਧਰਤੀ ਉਹ ਜਿੱਤ ਚੁੱਕੇ। ਉਸਨੇ ਉਹ ਵੀ ਧਰਤੀ ਵੰਡ ਦਿੱਤੀ ਜਿਹੜੀ ਹਾਲੇ ਉਹਨਾਂ ਨੇ ਜਿੱਤਣੀ। ਲੇਕਿਨ ਪ੍ਰਭੂ ਹੁਣ ਯਹੋਸ਼ੂਆ ਤੋਂ ਬਹੁਤ ਪ੍ਰਸੰਨ ਔਰ ਉਹ ਬੁੱਢਾ ਹੋ ਚੁੱਕਾ। ਜਿੱਦਾਂ ਅਸੀਂ ਕੱਲ ਦੇਖਿਆ ਸੀ ਕਿ ਜਿਹੜਾ ਯਹੋਸ਼ੂਆ ਦੀ ਉਮਰ ਐਟ ਲੀਸਟ ਇਸ ਪੁਆਇੰਟ ਦੇ ਉੱਤੇ 80 ਜਾਂ 85 ਸਾਲ ਦੀ ਔਰ ਜ਼ਿਆਦਾ ਵੀ ਹੋ ਸਕਦੀ। ਲੇਕਿਨ ਜਿਹੜਾ ਇਜ਼ਰਾਈਲੀਆਂ ਦੇ ਬਾਕੀ ਲੋਕ ਆ ਉਹਨਾਂ ਦੀ ਵੱਧ ਤੋਂ ਵੱਧ ਜਿਹੜੀ ਉਮਰ ਹੈ ਇਸ ਵੇਲੇ 60 ਜਾਂ 61 ਸਾਲ, ਕਿਉਂਕਿ ਹੁਣ ਉਹਨਾਂ ਨੂੰ 1 ਸਾਲ ਇਹ ਜਿੱਤਾਂ ਪ੍ਰਾਪਤ ਕਰਦਿਆਂ ਨੂੰ ਹੋ ਗਈਆਂ। ਸੋ ਉਹਦੇ ਵਿੱਚ ਜਿਹੜਾ 13 ਸਾਲ ਦਾ ਵਕਫਾ, 13 ਸਾਲ ਦੇ ਉਹਦੇ ਵਿੱਚ ਜਿਹੜਾ 13 ਸਾਲ ਦਾ ਵਕਫਾ ਉਹ ਉਮਰ ਨਹੀਂ ਲੱਭਦੀ ਹੈਗੀ। 13 ਸਾਲ ਵੀ ਹੋ ਸਕਦੇ, 15 ਵੀ ਹੋ ਸਕਦੇ, 20 ਵੀ ਹੋ ਸਕਦੇ। ਠੀਕ, ਉਹ ਉਮਰ ਨਹੀਂ ਲੱਭਦੀ, ਉਹ ਸਾਰੇ ਮਰ ਚੁੱਕੇ। ਸੋ ਦੂਰੋਂ ਹੀ ਦੇਖ ਕੇ ਕੋਈ ਬੰਦਾ ਕਹਿ ਸਕਦਾ ਕਿ ਉਹ ਇਹਨਾਂ ਵਿੱਚ 2 ਜਿਹੜੇ ਹੈਗੇ ਆ ਉਹ ਸੁਪਰ ਬਜ਼ੁਰਗ ਆਦਮੀ, ਜਿਨ੍ਹਾਂ ਦੀ ਦਾੜੀ ਵੀ ਚਿੱਟੀ ਆ, ਜਿਨ੍ਹਾਂ ਦੇ ਬਾਲ ਵੀ ਚਿੱਟੇ, ਜਿਨ੍ਹਾਂ ਦੇ ਭਰਵੱਟੇ ਵੀ ਚਿੱਟੇ, ਔਰ ਉਹ ਯਹੋਸ਼ੂਆ ਤੇ ਕਾਲੇਬ। ਪਰ ਪ੍ਰਭੂ ਨੇ ਉਹਨਾਂ ਦੀ ਸ਼ਕਤੀ ਦੇ ਵਿੱਚ ਕੋਈ ਫਰਕ ਨਹੀਂ ਪਾਇਆ, ਉਹਨਾਂ ਦੀ ਜਿਸਮ ਦੀ ਤਾਕਤ ਦੇ ਵਿੱਚ ਪ੍ਰਭੂ ਨੇ ਕੋਈ ਫਰਕ ਨਹੀਂ ਪਾਇਆ। ਉਹ ਸਟਿਲ ਤਾਕਤਵਰ। ਲੇਕਿਨ ਹੁਣ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜਿੱਤਾਂ ਤਾਂ ਪ੍ਰਾਪਤ ਕਰ ਲਈਆਂ, ਲੇਕਿਨ ਹੁਣ ਉਹ ਧਰਤੀ ਵੰਡਣੀ ਆ। ਔਰ ਜਿਸ ਲਈ ਉਹ ਧਰਤੀ ਵੰਡਣੀ ਆ ਤੇ ਉਹ ਜੋ ਲੀਕਾਂ ਯਹੋਸ਼ੂਆ ਨੇ ਪਾ ਜਾਣੀਆਂ ਉਹਦੇ ਅਨੁਸਾਰ ਹੀ ਰਹਿਣੀਆਂ, ਜਿੰਨੀ ਦੇਰ ਤੱਕ ਦੂਜਾ ਯਹੋਸ਼ੂਆ ਨਹੀਂ ਆ ਜਾਣਾ। ਔਰ ਦੂਜਾ ਯਹੋਸ਼ੂਆ ਜਿਸ ਦਾ ਨਾਮ ਸਵਰਗ ਤੋਂ ਦਿੱਤਾ ਜਾਣਾ ਉਹ ਪ੍ਰਭੂ ਆਪ। ਪਰਮੇਸ਼ਵਰ ਨੇ, ਬਾਪ ਨੇ ਬੇਟੇ ਨੂੰ ਨਾਮ ਦੇਣਾ, ਉਹ ਉਸਦਾ ਨਾਮ ਰੱਖਿਆ ਜਾਣਾ। ਸੋ ਜੋ ਲੀਕਾਂ ਇਸਨੇ ਬਾਹ ਜਾਣੀਆਂ ਉਹ ਹੀ ਰਹਿਣੀਆਂ। ਔਰ ਆਉਣ ਵਾਲੇ ਯਹੋਸ਼ੂਆ ਨੇ ਉਹ ਜਿਹੜੀਆਂ ਲੀਕਾਂ ਆ ਉਹ ਸਾਰੀ ਧਰਤੀ ਦੀਆਂ ਬਾਉਣੀਆਂ। ਇਹਨੇ ਸਿਰਫ ਇੱਕ ਛੋਟੀ ਜਿਹੀ ਧਰਤੀ, ਇੱਕ ਛੋਟਾ ਜਿਹਾ ਹਿੱਸਾ ਹੈ ਧਰਤੀ ਦੇ ਉੱਤੇ, ਉਹਦੀਆਂ ਬਾਉਣੀਆਂ। ਔਰ ਆਉਣ ਵਾਲੇ ਨੇ ਉਹ ਸਾਰੀਆਂ ਧਰਤੀ ਦੇ ਵਿੱਚ ਉਸ ਨੂੰ ਲੈ ਕੇ ਜਾਣਾ। ਉਸਨੇ ਆਦਮ ਦੀ ਸੰਤਾਨ ਤੇ
ਕੋਲ ਇਹ ਸਾਰੀਆਂ ਚੀਜ਼ਾਂ ਲੈ ਕੇ ਜਾਣੀਆਂ। ਸੋ ਆਓ ਹੁਣ ਆਪਾਂ ਇਸ ਨੂੰ ਦੇਖੀਏ ਕਿ ਉਸਨੇ ਕਿਹਾ ਕਿ ਸਾਡੇ ਉਹਨਾਂ ਦੇ ਵਿੱਚੋਂ 2.5 ਕਬੀਲਿਆਂ ਨੂੰ ਮਿਲ ਗਈ ਤਾਂ 9.5 ਕਬੀਲੇ ਰਹਿੰਦੇ, ਤਾਂ ਉਹਨਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਣ ਗਈ। ਸੋ ਆਓ ਅਸੀਂ ਹੁਣ ਦੇਖੀਏ ਯਰਦਨ ਦੇ ਪੂਰਬੀ ਪਾਸੇ ਕੌਣ ਕੌਣ ਬਸੇ, ਕਿਹੜੇ ਕਬੀਲੇ ਬਸੇ। ਸੋ ਹੁਣ ਅਸੀਂ ਰਾਬੋਇਨ, ਗਾਦ, ਮਨੱਸਾ ਤੇ ਅੱਧਾ ਕਬੀਲਾ ਉਹਦੇ ਬਾਰੇ ਪੜ੍ਹਨਾ। ਸੋ ਆਓ ਅਸੀਂ ਬ੍ਰਦਰ ਜੀ ਤੁਸੀਂ ਪੜ੍ਹਨਾ ਇਸ ਨੂੰ 8 ਤੋਂ ਲੈ ਕੇ 14। ਪੜ੍ਹ ਦਿੰਨਾ ਜੀ। ਗੋ ਹੈਡ ਮੇਰਾ ਵੀਰਾ। ਯਰਦਨ ਦਰਿਆ ਦੇ ਪੂਰਬੀ ਪਾਸੇ ਦੀ ਵੰਡ ਰੂਬੇਨ, ਗਾਦ ਅਤੇ ਮਨੱਸ਼ਾ ਦੇ ਅੱਧੇ ਕਬੀਲੇ ਨੂੰ ਯਰਦਨ ਦਰਿਆ ਦੇ ਪੂਰਬੀ ਪਾਸੇ ਦੀ ਵੱਲ ਦੀ ਧਰਤੀ ਮਿਲੀ ਸੀ। ਇਹ ਧਰਤੀ ਉਹਨਾਂ ਨੂੰ ਮੂਸਾ ਨੇ ਪ੍ਰਭੂ ਦੀ ਆਗਿਆ ਅਨੁਸਾਰ ਦਿੱਤੀ ਸੀ। ਇਸ ਵਿੱਚ ਇਹ ਇਲਾਕੇ ਸ਼ਾਮਲ ਸਨ: ਅਰਨੋਨ ਦੀ ਵਾਦੀ ਦੇ ਨਾਲ ਲੱਗਦੇ ਅਰੋਏਰ ਅਤੇ ਵਾਦੀ ਵਿਚਲੇ ਸ਼ਹਿਰ ਤੱਕ, ਮੇਦਬਾ ਦਾ ਸਾਰਾ ਇਲਾਕਾ, ਅਮੋਰੀ ਰਾਜਾ ਸਿਹੋਨ ਦੇ ਰਾਜੇ ਸਾਹਰ ਜਿਸ ਦੀ ਰਾਜਧਾਨੀ ਹਬਰੋਨ ਸੀ, ਗਿਲਾਦ ਤੇ ਗਸੂਰ ਦਾ ਸਾਰਾ ਇਲਾਕਾ, ਮਾਕਾਬ ਦਾ ਇਲਾਕਾ, ਹਰਮੋਨ ਪਹਾੜ ਦਾ ਸਾਰਾ ਇਲਾਕਾ ਅਤੇ ਸਾਰਾ ਬਿਸ਼ਾਨ ਦਾ ਸਲਕਾ ਤੱਕ ਦਾ ਇਲਾਕਾ, ਬਾਸ਼ਾਨੀ ਰਾਜਾ ਓਗ ਦਾ ਰਾਜਾ ਸਾਰਾ ਇਲਾਕਾ ਵੀ ਇਸ ਵਿੱਚ ਸ਼ਾਮਲ ਸੀ। ਓਗ ਰਾਜਾ ਦੀਆਂ 2 ਰਾਜਧਾਨੀਆਂ ਅਸ਼ਤਰੋਤ ਅਤੇ ਅਦਰਈ ਸੀ। ਉਹ ਰਫਾਈ ਲੋਕਾਂ ਦਾ ਅੰਤਮ ਰਾਜਾ ਸੀ। ਉਸ ਨੂੰ ਮੂਸਾ ਨੇ ਹਰਾ ਕੇ ਉਸ ਦੇ ਲੋਕਾਂ ਨੂੰ ਉੱਥੋਂ ਕੱਢ ਦਿੱਤਾ ਸੀ। ਪਰ ਇਸਰਾਇਲੀ ਲੋਕਾਂ ਨੇ ਗਸੂਰ ਅਤੇ ਮੁਆਕਾਬੀ ਲੋਕਾਂ ਨੂੰ ਆਪਣੇ ਵਿੱਚੋਂ ਨਹੀਂ ਕੱਢਿਆ ਸੀ। ਉਹ ਲੋਕ ਅੱਜ ਤੱਕ ਇਸਰਾਇਲੀਆਂ ਵਿਚਕਾਰ ਰਹਿੰਦੇ ਹਨ। ਮੂਸਾ ਨੇ ਲੇਵੀ ਕਬੀਲੇ ਦੇ ਲੋਕਾਂ ਨੂੰ ਕੋਈ ਜਾਇਦਾਦ ਨਹੀਂ ਦਿੱਤੀ ਸੀ। ਉਹਨਾਂ ਬਾਰੇ ਪ੍ਰਭੂ ਨੇ ਆਗਿਆ ਦਿੱਤੀ ਸੀ ਕਿ ਉਹਨਾਂ ਦਾ ਹਿੱਸਾ ਇਸਰਾਇਲੀਆਂ ਦੇ ਪ੍ਰਭੂ ਪਰਮੇਸ਼ਰ ਸਾਹਮਣੇ ਬੇਦੀ ਉੱਤੇ ਚੜਾਈਆਂ ਗਈਆਂ ਭੇਟਾਂ ਹੋਣਗੀਆਂ। ਪੜੇ ਸੁਣੇ ਜਾਣ ਤੇ ਸੀਸ਼ ਬਰਕਤ ਮਿਲੇ। ਸੋ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ ਕਿ ਉਹਨਾਂ ਨੂੰ ਕਿਹੜਾ ਕਿਹੜਾ ਇਲਾਕਾ ਮਿਲਿਆ। ਅਸੀਂ ਸਾਰਾ ਉਹ ਚੀਜ਼ਾਂ ਦੇਖ ਚੁੱਕੇ ਹਾਂ। ਅਸੀਂ ਈਵਨ ਉਹ ਨਕਸ਼ਿਆਂ ਦੇ ਵਿੱਚ ਵੀ ਦੇਖ ਚੁੱਕੇ ਹਾਂ। ਅਸੀਂ ਦੁਬਾਰਾ ਵੀ ਦੇਖਾਂਗੇ। ਜਿਹੜੀ ਮੇਨ ਚੀਜ਼ ਇੱਥੇ ਆਉਂਦੀ ਕਿ ਲੇਵੀ ਕਬੀਲੇ ਦੀ ਕਿ ਜਿਹੜੇ ਪੁਰੋਹਿਤ ਉਹਨਾਂ ਦੇ ਵਿੱਚ ਉਹਨਾਂ ਨੂੰ ਕਿਉਂ ਨਹੀਂ ਧਰਤੀ ਦਿੱਤੀ ਗਈ। ਉਹਨਾਂ ਨੂੰ ਜੇ ਧਰਤੀ ਦਿੱਤੀ ਜਾਂਦੀ ਤੇ ਉਹਨਾਂ ਨੇ ਉਹਦੇ ਵਿੱਚ ਬਿਜ਼ੀ ਹੋ ਜਾਣਾ ਸੀ ਔਰ ਬਾਕੀ ਦਾ ਨੇ ਆਪਣੇ ਕੰਮਾਂ 'ਚ ਬਿਜ਼ੀ ਹੋ ਜਾਣਾ ਸੀ। ਸੋ ਪ੍ਰਭੂ ਨੇ 2 ਚੀਜ਼ਾਂ ਰੱਖੀਆਂ ਕਿ ਉਹਨਾਂ ਨੂੰ ਧਰਤੀ ਤਾਂ ਨਹੀਂ ਦਿੱਤੀ ਕਿ ਉਹ ਉਹਨਾਂ ਨੂੰ ਹਮੇਸ਼ਾ ਰਵੇ ਕਿ ਅਸੀਂ ਹਲ ਨਹੀਂ ਵਾਹੁਣੇ, ਅਸੀਂ ਬੀਜ ਨਹੀਂ ਬੀਜਣੇ, ਅਸੀਂ ਸਾਡੀ ਨਾ ਹਾੜੀ ਆਉਣੀ ਨਾ ਸਾਡੀ ਸੌਣੀ ਆਉਣੀ। ਅਸੀਂ ਉਹਨਾਂ ਦੇ ਵਿੱਚ ਸਾਡਾ ਕੁਛ ਨਹੀਂ ਹੈਗਾ। ਅਸੀਂ 12 ਦੇ 12 ਮਹੀਨੇ ਇਹਨਾਂ ਦੇ 13 ਹੁੰਦੇ ਸੀ, 13 ਦੇ 13 ਮਹੀਨੇ ਅਸੀਂ ਲੋਕਾਂ ਦੀ ਸੇਵਾ ਕਰ ਔਰ ਲੋਕਾਂ ਨੂੰ ਹਮੇਸ਼ਾ ਇਹ ਰਹਿੰਦਾ ਸੀ ਕਿ ਇਹਨਾਂ ਦੇ ਹਿੱਸੇ ਦੀ ਧਰਤੀ ਸਾਨੂੰ ਦਿੱਤੀ ਗਈ ਔਰ ਅਸੀਂ ਇਹ ਮੇਕ ਸ਼ੋਰ ਕਰਨਾ ਕਿ ਇਹਨਾਂ ਦੀ ਕੋਈ ਵੀ ਜ਼ਰੂਰਤ ਬਾਕੀ ਨਾ ਰਹੇ। ਸੋ ਇਹਨਾਂ ਦੀ ਜੋ ਸਰੀਰ ਦੀ ਜ਼ਰੂਰਤ ਉਹ ਪੂਰੀ ਹੋਵੇ, ਖਾਣੇ ਪਾਣੀ ਦੀ, ਇਹਨਾਂ ਦੀ ਜੋ ਰਹਿਣ ਦੀ ਜ਼ਰੂਰਤ ਉਹ ਪੂਰੀ ਹੋਵੇ, ਕਿਉਂਕਿ ਪ੍ਰਭੂ ਨੇ ਇਹਨਾਂ ਦੀ ਧਰਤੀ ਸਾਨੂੰ ਦਿੱਤੀ ਹੈ ਔਰ ਅਸੀਂ ਇਹ ਸਾਡੀ ਜ਼ਰੂਰਤ ਨੂੰ ਪੂਰਾ ਕਰਦੇ ਪਏ, ਅਸੀਂ ਇਹਨਾਂ ਦੀ ਜ਼ਰੂਰਤ ਨੂੰ ਪੂਰਾ ਕਰਨਾ। ਇਹ ਮੇਨ ਚੀਜ਼ ਸੀ। ਲੋਕਾਂ ਨੂੰ ਹਮੇਸ਼ਾ ਯਾਦ ਰਹਿੰਦਾ ਸੀ ਕਿ ਹਰ ਇੱਕ ਕਬੀਲੇ ਨੂੰ ਪਤਾ ਸੀ ਕਿ ਲੇਵੀਆਂ ਦੇ ਹਿੱਸੇ ਦੀ ਜੋ ਧਰਤੀ ਆ ਉਹ ਸਾਨੂੰ ਦਿੱਤੀ ਗਈ ਹੈ। ਅਗਰ ਅਸੀਂ 12 ਕਬੀਲੇ ਸੀਗੇ, ਅਗਰ ਅਸੀਂ 12 ਨੂੰ 8 ਦੇ ਨਾਲ ਗੁਣਾ ਕਰ ਲਏ, 8% ਜਿਹੜੀ ਧਰਤੀ ਜਿਹੜੀ ਸਾਡੇ ਕੋਲ, ਸੋ ਉਹ 896 ਹੋ ਜਾਂਦੇ ਆ, 12 896 ਹੋ ਜਾਂਦੇ, ਬਾਕੀ ਰਹਿੰਦੀ 4%। ਜਿਹੜੀ 4% ਉਹ ਉਹਨਾਂ ਨੂੰ ਹਰ ਕਬੀਲੇ ਦੇ ਵਿੱਚ ਜਿੱਥੇ ਜਿੱਥੇ ਉਹ ਰਹਿੰਦੇ ਸੀ ਥੋੜੀ ਜਿਹੀ ਧਰਤੀ ਦਿੱਤੀ ਗਈ ਸੀ, ਜਿੱਥੇ ਉਹ ਉਹਨਾਂ ਦੇ ਘਰ ਹੁੰਦੇ ਸੀ
ਜਿੱਥੇ ਉਹਨਾਂ ਦੇ ਬਾੜੇ ਹੁੰਦੇ ਸੀਗੇ ਔਰ ਉਹ ਉਸ ਤੋਂ ਇਲਾਵਾ ਹੋਰ ਕੁਝ ਨਹੀਂ ਹੁੰਦਾ ਸੀ ਉਹਨਾਂ ਕੋਲ। ਔਰ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਅਸੀਂ ਜਿਹੜੇ ਇਹ ਸਾਡੇ ਇਹ ਜਿਹੜੇ ਪ੍ਰਭੂ ਨੇ ਸਾਡੀ ਆਤਮਿਕ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਲੋਕ ਰੱਖੇ ਆ, ਅਸੀਂ ਇਹਨਾਂ ਦੀ ਜ਼ਰੂਰਤ ਪੂਰੀ ਕਰਨੀ ਹੈ। ਔਰ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਹਲ ਨਹੀਂ ਪਾਉਣੇ, ਅਸੀਂ ਸਾਡੀਆਂ ਕੋਈ ਜੌਬਾਂ ਨਹੀਂ ਆ, ਸਾਨੂੰ ਇੱਕ ਜਿਹੜੀ ਜੌਬ ਆ ਸੁਪਰੀਮ ਜੌਬ ਦਿੱਤੀ ਗਈ ਹੈ, ਪ੍ਰਭੂ ਦੇ ਲੋਕਾਂ ਦੀ ਸੇਵਾ ਕਰ, ਉਹਨਾਂ ਦੀ ਮਾਨਸਿਕ, ਆਤਮਿਕ, ਉਹਨਾਂ ਦੀ ਸਰੀਰਕ ਜ਼ਰੂਰਤਾਂ, ਇੱਥੇ ਤੱਕ ਕਿ ਕੋੜੀ ਜਿਹੜੇ ਲੋਕ ਆ ਉਹਨਾਂ ਤੱਕ ਜਿਹੜੀ ਸੇਵਾ ਆ ਉਹ ਅਸੀਂ ਕਰਦੇ ਹਾਂ। ਜਿਹੜੇ ਅਨਾਥ ਆ, ਵਿਧਵਾਵਾਂ ਆ ਉਹਨਾਂ ਦੀ, ਜਿਹੜੇ ਬਜ਼ੁਰਗ ਆ, ਨਿਸੰਤਾਨ ਪਰ ਬਜ਼ੁਰਗ ਆ, ਉਹਨਾਂ ਨੂੰ ਕੋਈ ਨਹੀਂ ਸਾਂਭਣ ਵਾਲਾ, ਉਹਨਾਂ ਨੂੰ ਅਸੀਂ ਸਾਂਭਣਾ। ਸੋ ਪ੍ਰਭੂ ਨੇ ਉਹ ਸਾਰੀਆਂ ਚੀਜ਼ਾਂ ਲਾਈਆਂ ਸੀ ਕਿ ਤੁਸੀਂ ਪ੍ਰਭੂ ਦੇ ਘਰ ਦੇ ਵਿੱਚ ਲੈ ਕੇ ਆਉਣਾ, ਜਿਨ੍ਹਾਂ ਦੇ ਨਾਲ ਇਹਨਾਂ ਲੋਕਾਂ ਦੀ ਜ਼ਰੂਰਤ ਪਈ, ਪ੍ਰਦੇਸੀਆਂ ਦੀ ਜ਼ਰੂਰਤ, ਜਿਹੜੇ ਦੌੜ ਕੇ ਵਿਚਾਰੇ ਆਏ ਹੋ, ਜਿਹੜੇ ਸ਼ਰਨਾਰਥੀ ਆ, ਉਹਨਾਂ ਦੀ ਜ਼ਰੂਰਤ ਪੂਰੀ ਹੋ। ਸੋ ਇਹਨਾਂ ਚੀਜ਼ਾਂ ਦੇ ਲਈ ਉਹਨਾਂ ਨੂੰ ਪ੍ਰਭੂ ਨੇ ਇਹ ਬਰਕਤ ਦਿੱਤੀ ਸੀ। ਕੀ ਉਹਨਾਂ ਨੇ ਇਸ ਚੀਜ਼ ਨੂੰ ਅਬਿਊਜ਼ ਕੀਤਾ? ਆਫ ਕੋਰਸ ਉਹਨਾਂ ਨੇ ਅਬਿਊਜ਼ ਕੀਤਾ। ਇਨਸਾਨ ਨੂੰ ਜੋ ਮਿਲ ਜਾਏ, ਇਨਸਾਨ ਹਮੇਸ਼ਾ ਹਰ ਚੀਜ਼ ਨੂੰ ਇੱਕ ਭਲੀ ਚੀਜ਼ ਨੂੰ ਬੁਰਾਈ ਦੇ ਵਿੱਚ ਬਦਲਣ ਨੂੰ 1 ਮਿੰਟ ਲੱਗਦਾ। ਕਿਉਂ? ਕਿਉਂਕਿ ਸਾਡੀ ਨੇਚਰ ਪਾਪ ਸਾਡੇ ਅੰਤਕਰਨ ਤੱਕ ਜਿਹੜਾ ਹੈਗਾ ਨਾ, ਪਾਪ ਨੇ ਸਾਡੇ ਅੰਤਕਰਨ ਨੂੰ ਦੂਸ਼ਿਤ ਕਰ ਦਿੱਤਾ। ਔਰ ਇਹ ਘਟਦਾ ਨਹੀਂ ਪਿਆ, ਇਹ ਵੱਧਦਾ ਪਿਆ, ਇਹ ਵੱਧਦਾ ਪਿਆ। ਔਰ ਪ੍ਰਭੂ ਦੀ ਦਇਆ ਵੀ ਉਹਦੇ ਅਨੁਸਾਰ ਵੱਧਦੀ ਪਈ, ਉਹਦੀ ਦਇਆ ਵੀ ਉਹਦੇ ਅਨੁਸਾਰ ਵੱਧਦੀ ਪਈ ਹੈ। ਮੇਰੇ ਭੈਣ ਭਰਾ ਜਿਹੜੇ ਹਸਪੀਟਲ 'ਚ ਕੰਮ ਕਰਦੇ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਏਗਾ। ਇੱਕ ਬੰਦਾ ਹਸਪੀਟਲ ਦੇ ਵਿੱਚ ਗਿਆ, ਉਹ ਪਹਿਲਾਂ ਐਮਰਜੈਂਸੀ ਗਿਆ, ਉਹਦੇ ਪੇਨ ਹੁੰਦੀ ਪਈ ਆ, ਉਹਨਾਂ ਨੇ ਉਸਨੂੰ ਚੈੱਕ ਕੀਤਾ ਔਰ ਉਹਨੂੰ ਕਹਿਤਾ ਕਿ ਤੂੰ ਇੱਥੇ, ਤੈਨੂੰ ਅਸੀਂ 2 ਘੰਟੇ ਰੱਖਦੇ ਹਾਂ, ਦਵਾਈ ਦਿੰਦੇ ਹਾਂ। ਔਰ ਉਸ ਨੂੰ ਆਰਾਮ ਨਹੀਂ ਆਇਆ, ਉਨੀ ਦੇਰ ਤੱਕ ਉਹਨਾਂ ਨੇ ਐਮਰਜੈਂਸੀ ਦੇ ਵਿੱਚ ਰੱਖਿਆ। ਫਿਰ ਉਹਨਾਂ ਨੇ ਐਕਸਰੇ ਉਹਦੇ ਕੱਲੇ, ਔਰ ਉੱਥੇ ਪਤਾ ਲੱਗਿਆ ਕਿ ਇਹਦੇ ਅੰਦਰ ਕੋਈ ਐਸੀ ਚੀਜ਼ ਆ ਜਿਹਦਾ ਸਾਨੂੰ ਦੇਖਣਾ ਪੈਣਾ। ਸੋ ਉਹਨੂੰ ਉਹਦੇ ਰੂਮ 'ਚ ਕੱਲ ਦਿੰਦੇ, ਇੱਕ ਰੂਮ ਦੇ ਵਿੱਚ ਚਲਿਆ ਜਾਂਦਾ, ਉੱਥੋਂ ਉਹਦੇ ਹੋਰ ਐਕਸਰੇ ਹੁੰਦੇ, ਔਰ ਫਿਰ ਪਤਾ ਲੱਗਦਾ ਕਿ ਇਸ ਬੰਦੇ ਨੂੰ ਸਰਟਨ ਬਿਮਾਰੀ ਹੈ, ਇਹਨੂੰ ਕੈਂਸਰ ਹੈ, ਇਹਨੂੰ ਉਹ। ਫਿਰ ਉਹਦੇ ਹਿਸਾਬ ਦੇ ਨਾਲ ਉਹ ਉਸ ਏਰੀਏ ਦੇ ਵਿੱਚ ਚਲਿਆ ਜਾਂਦਾ। ਸਾਡੇ ਨਾਲ ਵੀ ਇਹ ਹੋਈ ਹੁੰਦਾ। ਸੋ ਉਹਨੂੰ ਉਹਦੇ ਅਨੁਸਾਰ ਕੇਅਰ ਦਿੱਤੀ ਜਾਂਦੀ ਹੈ, ਉਹਦੇ ਅਨੁਸਾਰ ਵਰਤਿਆ ਜਾਂਦਾ, ਉਹਦੇ ਅਨੁਸਾਰ ਹੀ ਜਿਹੜੇ ਉਹਦੇ ਨਾਲ ਗੱਲਬਾਤ ਕਰਨ ਵਾਲੇ ਹੁੰਦੇ ਆ, ਉਹ ਉਹਦੇ ਅਨੁਸਾਰ। ਜੇ ਮੇਰੇ ਵਰਗਾ ਸਿਰ ਦਰਦ ਲਈ ਗਿਆ ਤੇ ਕਿਸੇ ਨੇ ਮੈਨੂੰ ਆ ਕੇ ਇਹ ਨਹੀਂ ਕਹਿਣਾ 2 ਘੰਟੇ ਮੇਰੇ ਨਾਲ ਇਸ ਕਰਕੇ ਨਹੀਂ ਬਿਤਾਉਣੇ ਕਿ ਤੇਰੇ ਤਾਂ ਸਿਰ ਦਰਦ ਹੁੰਦੀ ਪਈ ਆ, ਹੈ ਇਹ ਤਾਂ ਹਾਂ ਮੈਂ ਤੇਰੇ ਲਈ ਬਹੁਤ ਸੌਰੀ ਆ। ਉਹਨਾਂ ਨੇ ਮੈਨੂੰ 2 ਟਾਈਨੋਲ ਦੀਆਂ ਗੋਲੀਆਂ ਦੇਣੀਆਂ, ਕਹਿਣਾ ਖਾ, 10 ਮਿੰਟ ਬੈਠ ਤੇ ਕਰ ਨੂੰ ਜਾ। ਪਰ ਜਿਸ ਲਈ ਉਹ ਇਸ ਲੈਵਲ ਤੇ ਪਹੁੰਚ ਜਾਵੇ ਕਿ ਉਹਨਾਂ ਨੂੰ ਪਤਾ ਹੋਵੇ ਕਿ ਦਿਮਾਗ ਦੇ ਵਿੱਚ ਕੈਂਸਰ ਆ, ਤੇ ਮੈਨੂੰ ਸਪੈਸ਼ਲ ਲੋਕਾਂ ਨੇ, ਉਹਨਾਂ ਨੇ ਜਿਹੜੇ ਉਹਦੇ ਲਈ ਟ੍ਰੇਨਡ ਕੀਤੇ ਉਹ ਲੋਕ ਆ, ਉਹ ਕਰਨੇ ਆ, ਉਹਨਾਂ ਨੇ ਮੇਰੇ ਨਾਲ ਗੱਲਬਾਤ ਕਰਨੀ, ਉਹਨਾਂ ਨੇ ਮੈਨੂੰ ਦੱਸਣਾ, ਉਹਨਾਂ ਨੇ ਕਹਿਣਾ ਕਿ ਯੂ ਨੋ ਵਾਟ, ਵੀ ਆਰ ਸੌਰੀ ਬਟ ਯੂ ਆਰ ਗੋਇੰਗ ਥਰੂ। ਸਾਨੂੰ ਬਹੁਤ ਦੁੱਖ ਹੈ ਜਿਹੜੀ ਚੀਜ਼ ਦੇ ਵਿੱਚ ਦੀ ਜਾ ਰਹੀ, ਪਰ ਅਸੀਂ ਤੈਨੂੰ ਥੋੜੀਆਂ ਜਿਹੀਆਂ ਸਕਸੈਸ ਸਟੋਰੀਆਂ ਸੁਣਾਉਣੀਆਂ। ਉਹਨਾਂ ਨੇ ਫਿਰ ਮੈਨੂੰ ਸਕਸੈਸ ਸਟੋਰੀਆਂ ਦਿਖਾਉਣੀਆਂ, ਪਰ ਉਹਨਾਂ ਨੇ ਆਪਣੇ ਆਪ ਨੂੰ ਪ੍ਰੋਟੈਕਟਿਵ ਰੱਖਣਾ, ਕਹਿੰਦਾ ਸਾਨੂੰ ਇਹ ਨਹੀਂ ਪਤਾ ਤੇਰੇ ਨਾਲ ਕੀ ਹੋਊਗਾ, ਪਰ ਆਹ ਇੱਥੇ ਪੇਸ਼ੈਂਟ ਹੋ ਕੇ ਗਿਆ ਉਹ 100% ਠੀਕ ਆ। ਸੋ ਉਹਨਾਂ ਨੇ ਮੈਨੂੰ ਹੋਪ ਦੇਣੀ। ਇਸੇ ਤਰ੍ਹਾਂ ਜਿੱਦਾਂ ਪਾਪ ਵੱਧਦਾ ਗਿਆ, ਪ੍ਰਭੂ ਦੀ ਦਇਆ ਵੱਧਦੀ ਜਾਂਦੀ ਹੈ, ਦਇਆ ਵੱਧਦੀ ਜਾਂਦੀ ਹੈ। ਪਹਿਲਾਂ ਮੇਰੇ ਸਿਰ ਦੇ ਵਿੱਚ ਦਰਦ ਸੀ,
ਔਰ ਅਸੀਂ ਉਸ ਚੀਜ਼ ਤੱਕ ਪਹੁੰਚ ਚੁੱਕੇ ਹਾਂ ਕਿ ਸਾਡੇ ਸਿਰ ਦੇ ਵਿੱਚ ਹੁਣ ਕੈਂਸਰ ਆ। ਪਾਪ ਉਸ ਲੈਵਲ ਤੱਕ ਪੱਕ ਚੁੱਕਾ ਹੈ ਔਰ ਪ੍ਰਭੂ ਦੀ ਦਇਆ ਅਕੋਰਡਿੰਗਲੀ। ਔਰ ਸਾਨੂੰ ਇਹ ਚੀਜ਼ ਕਦੇ ਨਹੀਂ ਭੁੱਲਣੀ ਚਾਹੀਦੀ। ਕਈ ਵਾਰੀ ਅਸੀਂ ਪੁਰਾਣੇ ਨਿਯਮ ਦੀਆਂ ਚੀਜ਼ਾਂ ਆਪਣੇ ਭੈਣ ਭਰਾਵਾਂ ਦੇ ਉੱਤੇ ਲਾਗੂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਕੇਅਰਫੁਲ। ਪ੍ਰਭੂ ਦੀ ਦਇਆ ਬਹੁਤ ਜ਼ਿਆਦੀ ਹੈ ਕਿ ਉਹ ਮੇਰੇ ਵਰਗੇ ਇਨਸਾਨ ਤੇ ਦਇਆ ਕਰ ਸਕਦਾ, ਕਿਸੇ ਤੇ ਵੀ ਕਰ ਸਕਦਾ, ਕਿਸੇ ਤੇ ਵੀ ਕਰ ਸਕਦਾ। ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖੋ ਔਰ ਹਮੇਸ਼ਾ ਬਦਲਣ ਦੇ ਲਈ ਤਿਆਰ ਰਹੋ। ਮੈਂ ਨਾ ਸੈਮੂਅਲ ਨੂੰ ਬਦਲ ਸਕਦਾ, ਨਾ ਮੈਂ ਆਪਣੀ ਜੋਜੀ ਨੂੰ ਬਦਲ ਸਕਦਾ, ਨਾ ਮੈਂ ਆਪਣੀ ਤਾਨੀ ਨੂੰ ਬਦਲ ਸਕਦਾ। ਮੈਂ ਆਪਣੇ ਆਪ ਨੂੰ ਬਦਲ ਸਕਦਾ। ਮੈਂ ਆਪਣੇ ਆਪ ਨੂੰ ਬਦਲ ਸਕਦਾ। ਔਰ ਯਾਦ ਰੱਖੋ, ਜਿਸ ਲਈ ਉਹਨਾਂ ਨੇ ਮੈਨੂੰ ਬਦਲਿਆ ਦੇਖਣਾ, ਉਹਨਾਂ ਨੇ ਆਪਣੇ ਆਪ ਹੀ ਬਦਲਣਾ ਸ਼ੁਰੂ ਕੀਤਾ। ਕਿਉਂ? ਪ੍ਰਭੂ ਦੇ ਆਤਮਾ ਨੇ ਕੰਮ ਕਰ, ਪ੍ਰਭੂ ਦੀ ਆਤਮਾ ਨੇ ਕੰਮ ਕਰ। ਇੱਥੇ ਅਸੀਂ ਇਹੋ ਹੀ ਚੀਜ਼ਾਂ ਦੇਖਦੇ ਪਏ ਹਾਂ। ਇਜ਼ਰਾਈਲ ਦੇ ਘਰਾਣੇ ਦੇ ਵਿੱਚ ਇਹੋ ਹੀ ਚੀਜ਼ਾਂ ਦੇਖਦੇ ਪਏ ਹਾਂ ਕਿ ਪ੍ਰਭੂ ਉਹਨਾਂ ਦੇ ਨਾਲ ਕਿੱਦਾਂ ਪੇਸ਼ ਆ। ਕੀ ਰਾਬੇਨ ਦਾ ਕਬੀਲਾ ਯੋਗ ਸੀ, ਜਿਸਨੇ ਆਪਣੇ ਬਾਪ ਦੀ ਸੇਜ ਨੂੰ ਗੰਦਾ ਕੀਤਾ? ਉਹ ਇਸ ਦੇ ਯੋਗ ਸੀ ਕਿ ਉਸ ਨੂੰ ਜ਼ਮੀਨ ਮਿਲਦੀ? ਨਹੀਂ, ਬਿਲਕੁਲ ਨਹੀਂ। ਪ੍ਰਭੂ ਦੀ ਦਇਆ ਦੇ ਕਾਰਨ ਉਸ ਨੂੰ ਇਹ ਸਭ ਕੁਝ ਮਿਲਦਾ। ਆਓ ਅਸੀਂ ਹੁਣ ਇਹਨਾਂ ਦੇ ਹਿੱਸੇ ਦੇ ਵਿੱਚ ਕਿਹੜੀਆਂ ਆਈਆਂ ਚੀਜ਼ਾਂ ਉਹਨਾਂ ਨੂੰ ਦੇਖਦੇ ਹਾਂ। ਉਸ ਤੋਂ ਬਾਅਦ ਛੋਟਾ ਜਿਹਾ ਮੈਪ ਦੇਖਾਂਗੇ। ਸੋ ਆਓ 15 ਤੋਂ ਲੈ ਕੇ ਸਲੋਮ ਚੈਪਟਰ, ਸੋ 15 ਤੋਂ ਲੈ ਕੇ ਅਸੀਂ ਇਸ ਨੂੰ ਕਿੰਨੀ ਆਇਤਾਂ, ਹਾਂ 15ਵੇਂ ਚੈਪਟਰ ਚ ਅਸੀਂ ਆ ਗਏ, ਮਾਫ ਕਰਨਾ। ਸੋ ਅਸੀਂ 15 ਕਿੰਨਵੇਂ ਚੈਪਟਰ ਚ ਆਪਾਂ 13 ਚੈਪਟਰ ਚ ਹਜੇ 15 ਤੋਂ ਪੜ੍ਹਨਾ ਹੈ। ਮੈਂ ਅਗਲਾ ਚੈਪਟਰ ਕੱਢਿਆ ਬੈਠਾ, ਉਸ 23 ਤੱਕ ਆ ਜਾਣਾ। 13 ਤੋਂ 23 ਤੱਕ ਬੰਦੇ ਇਕੱਠੇ ਚੁੱਕ ਦਿੱਤੇ ਆ, ਸੋ ਇਸ ਕਰਕੇ ਮੈਨੂੰ ਲੱਗਾ ਮੈਂ 15 ਕੀ ਹੋਏ ਕੀ ਜਾਂਦਾ। ਸੋ ਨਹੀਂ ਰੋਬਨ ਕਬੀਲੇ ਵਾਲਾ ਪੜ੍ਹਨਾ ਜੀ ਹੁਣ ਆਪਾਂ। ਹਾਂਜੀ, ਸੋ ਅਸੀਂ ਇਸ ਨੂੰ 32 ਤੱਕ ਖਤਮ ਕਰ ਦੇ, ਪੜ੍ਹਦੇ ਹਾਂ। ਉਸ ਤੋਂ ਬਾਅਦ ਕੋਈ ਹੋਰ ਜਾਣਾ ਪੜ੍ਹਨ ਦੇ ਲਈ ਤਿਆਰ ਰਹੇ। ਓਕੇ। ਮੂਸਾ ਨੇ ਰੋਬਨ ਦੇ ਕਬੀਲੇ ਦੀਆਂ ਕੁੱਲਾਂ ਦੇ ਲੋਕਾਂ ਨੂੰ ਇਹ ਧਰਤੀ ਦਿੱਤੀ। ਅਰਨੋਨ ਦੀ ਵਾਦੀ ਦੇ ਨਾਲ ਲੱਗਦੇ ਅਰੋਏਰ ਅਤੇ ਵਾਦੀ ਵਿਚਲੇ ਸ਼ਹਿਰ ਤੱਕ ਅਤੇ ਮੋਦਬਾ ਦਾ ਸਾਰਾ ਇਲਾਕਾ। ਇਸ ਇਲਾਕੇ ਵਿੱਚ ਅਸੋਥਨ ਸ਼ਹਿਰ ਤੋਂ ਇਲਾਵਾ ਪਹਾੜੀ ਮੈਦਾਨੀ ਇਲਾਕੇ ਦੇ ਇਹ ਸ਼ਹਿਰ ਸਨ: ਦੀਬੋਨ, ਬਾਮੋਥ, ਬਵਾਲ, ਬੈਤ ਬਵਾਲ, ਸਿਓਨ, ਸਹੀਆ, ਕਦੋਮੇਤ, ਮੇਫਾਬ, ਕਰੀਅਥੈਮ, ਸਿਬਮਾਰ, ਸਰਬ ਸ਼ਹਿਰ ਜੋ ਵਾਦੀ ਵਿੱਚ ਹੈ, ਬੈਤਪੋਰ, ਪਿਸਗਾ ਦੀਆਂ ਢਾਲਾਂ ਅਤੇ ਬੈਤ ਯਸ਼ੀਮੋਥ। ਇਸ ਵਿੱਚ ਅਮੋਰੀ ਰਾਜਾ ਸਿਹੋਨ ਜੋ ਹਸਬੋਨ ਵਿੱਚ ਰਹਿੰਦਾ ਸੀ ਦਾ ਸਾਰਾ ਰਾਜ ਸ਼ਾਮਲ ਸੀ। ਮੂਸਾ ਨੇ ਸਿਹੋਨ ਦੇ ਰਾਜਾ ਦੇ ਨਾਲ ਇਹਨਾਂ ਮਿਦਿਆਨੀ ਸ਼ਾਸਕਾਂ ਨੂੰ ਹਰਾਇਆ ਸੀ। ਅਵੀ ਰਕਮ, ਸੂਰ, ਹੂਰ ਅਤੇ ਰਬਾ ਇਹ ਸ਼ਾਸਕ ਸਿਹੋਨ ਰਾਜਾ ਦੀ ਧਰਤੀ ਤੇ ਰਾਜ ਕਰਦੇ ਸਨ। ਇਸਰਾਇਲੀ ਲੋਕਾਂ ਦੇ ਹੱਥੋਂ ਮਾਰੇ ਜਾ ਚੁੱਕੇ ਲੋਕਾਂ ਵਿੱਚ ਬਿਓਰ ਦਾ ਪੁੱਤਰ ਬਿਲਿਆਮ ਵੀ ਸੀ, ਜੋ ਲੋਕਾਂ ਦਾ ਭਵਿੱਖ ਦੱਸਿਆ ਕਰਦਾ ਸੀ। ਯਰਦਨ ਦਰਿਆ ਰੂਬੇਨੀ ਲੋਕਾਂ ਦੀ ਪੱਛਮੀ ਹੱਦ ਸੀ। ਸੋ ਇਹ ਸ਼ਹਿਰ ਅਤੇ ਪਿੰਡ ਸਨ ਜੋ ਰੂਬੇਨ ਕਬੀਲੇ ਦੇ ਲੋਕਾਂ ਨੂੰ ਮਿਲੇ ਸਨ। ਪੜ੍ਹਦੇ ਹਾਂ ਜੀ ਸਾਰਾ ਅੱਗੇ? ਹਾਂਜੀ, ਪੜ੍ਹ ਦਿਓ। ਗਾਦ ਕਬੀਲੇ ਦੇ ਹਿੱਸੇ ਆਇਆ ਇਲਾਕਾ। ਮੂਸਾ ਨੇ ਗਾਦ ਦੇ ਕਬੀਲੇ ਦੀਆਂ ਕੁੱਲਾਂ ਦੇ ਲੋਕਾਂ ਨੂੰ ਇਹ ਧਰਤੀ ਦਿੱਤੀ: ਯਜੇਰ, ਗਿਲਾਦ ਦੇ ਸਾਰੇ ਸ਼ਹਿਰ, ਅਮੋਨੀ ਲੋਕਾਂ ਦਾ ਅੱਧਾ ਦੇਸ਼, ਅਰੋਏਰ ਤੱਕ ਜੋ
ਰਬਾ ਦੇ ਪੂਰਬ ਵੱਲ ਹੈ। ਇਹ ਇਲਾਕਾ ਇੱਕ ਪਾਸੇ ਹਸਬੋਨ ਤੋਂ ਲੈ ਕੇ ਗਮਤ ਪਿਸਪਾ ਤੇ ਬਟੋਨੀਮ ਤੱਕ ਸੀ ਅਤੇ ਦੂਜੇ ਪਾਸੇ ਮਹਿਨੇਮ ਤੋਂ ਲੈ ਕੇ ਦਬਿਰ ਤੱਕ ਸੀ। ਜਰਦਨ ਦੀ ਵਾਦੀ ਵਿਚਲੇ ਸ਼ਹਿਰ ਦੇ ਨਾਂ ਜੋ ਵਾਦੀ ਲੋਕਾਂ ਦੇ ਹਿੱਸੇ ਆਏ ਇਹ ਸਨ: ਬੈਤ ਹਾਗਮ, ਬੈਤ ਨਿਮਰਾ, ਸਕੋਥ, ਸਫੋਨ ਅਤੇ ਸਿਹੋਨ ਰਾਜਾ ਦਾ ਬਾਕੀ ਬਚਿਆ ਇਲਾਕਾ ਸੀ। ਉਹਨਾਂ ਦੀ ਪੂਰਬੀ ਹੱਦ ਜਰਦਨ ਦਰਿਆ ਸੀ ਜੋ ਕਿਨਰਤ ਸਾਗਰ ਦੇ ਕੰਢੇ ਤੱਕ ਚਲੀ ਜਾਂਦੀ ਸੀ। ਸੋ ਇਹ ਸਭ ਇਲਾਕਾ ਸੀ ਜੋ ਗਾਦ ਦੇ ਕਬੀਲੇ ਦੀਆਂ ਕੁੱਲਾਂ ਦੇ ਲੋਕਾਂ ਨੂੰ ਮਿਲੇ ਸਨ। ਨਸ਼ਾ ਦੇ ਕਬੀਲੇ ਦੇ ਹਿੱਸੇ ਆਇਆ ਇਲਾਕਾ। ਮੂਸਾ ਨੇ ਮਨਸ਼ਾ ਦੇ ਅੱਧੇ ਕਬੀਲੇ ਦੀਆਂ ਕੁੱਲਾਂ ਦੇ ਲੋਕਾਂ ਨੂੰ ਇਹ ਧਰਤੀ ਦਿੱਤੀ। ਮਾਨਾਇਮ ਤੋਂ ਲੈ ਕੇ ਸਾਰਾ ਬਸ਼ਾਨ ਅਰਥਾਤ ਬਸ਼ਾਨੀ ਰਾਜਾ, ਉਗ ਦਾ ਸਾਰਾ ਰਾਜ ਅਤੇ ਯਾਈਰ ਦੇ 60 ਸ਼ਹਿਰ, ਇਸ ਵਿੱਚ ਗਿਲਾਦ ਦਾ ਵੀ ਅੱਧਾ ਇਲਾਕਾ ਅਤੇ ਉਗ ਰਾਜਾ ਦੀਆਂ ਦੋਵੇਂ ਰਾਜਧਾਨੀਆਂ ਅਸਤਾਰੋਥ ਅਤੇ ਅਦਰਈ ਵੀ ਸਨ। ਸੋ ਇਹ ਸਭ ਇਲਾਕਾ ਮਨਸ਼ਾ ਦੇ ਅੱਧੇ ਕਬੀਲੇ ਅਰਥਾਤ ਮਨਸ਼ਾ ਦੇ ਪੁੱਤਰ ਮਕੀਰ ਤੋਂ ਚੱਲੀਆਂ ਕੁੱਲਾਂ ਦੇ ਲੋਕਾਂ ਨੂੰ ਮਿਲਿਆ ਸੀ। ਇਹ ਸਭ ਇਲਾਕੇ ਸਨ ਜੋ ਮੂਸਾ ਨੇ ਯਰੀਹੋ ਦੇ ਪੂਰਬ ਵੱਲ ਜਰਦਨ ਤੋਂ ਪਾਰ ਮੁਆਬ ਦੇ ਮੈਦਾਨਾਂ ਵਿੱਚ ਵੰਡੇ ਸਨ। ਪਰ ਉਸਨੇ ਲੇਵੀ ਕਬੀਲੇ ਦੇ ਲੋਕਾਂ ਨੂੰ ਕੋਈ ਜਾਇਦਾਦ ਨਹੀਂ ਦਿੱਤੀ। ਉਹਨਾਂ ਦੀ ਜਾਇਦਾਦ ਪ੍ਰਭੂ ਪਰਮੇਸ਼ਰ ਆਪ ਸੀ। तो ਅਸੀਂ ਬਾਰ-ਬਾਰ ਦੇਖਦੇ ਪਏ ਇਸ ਚੀਜ਼ ਨੂੰ, ਕਿਉਂਕਿ ਜਿਹੜਾ ਰੋਬੇਨ ਨੂੰ ਇਲਾਕਾ ਦਿੱਤਾ ਗਿਆ ਉਹਨਾਂ ਦੀ ਗਿਣਤੀ ਦੇ ਅਨੁਸਾਰ ਉਹਨੇ ਲੇਵੀ ਉਸ ਇਲਾਕੇ ਦੇ ਵਿੱਚ ਸੀ। ਮੰਨ ਲਓ ਕਿਸੇ ਬੰਦੇ ਦੇ 10,000, ਕਿਸੇ ਕਬੀਲੇ ਦਾ 1 ਲੱਖ ਆ ਪੂਰੀ, ਸੋ ਉਹਨਾਂ ਦੀ ਅਨੁਪਾਤ ਉਹ ਕੱਢ ਲੈਂਦੇ ਸੀ। ਉਹਦੀ ਅਨੁਪਾਤ ਦੇ ਅਨੁਸਾਰ ਉਹਨੇ ਲੇਵੀ ਉਹਨਾਂ ਨੂੰ ਦਿੱਤੇ ਜਾਂਦੇ ਸੀ ਤਾਂ ਕਿ ਉਹਨਾਂ ਦੀ ਆਤਮਿਕ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇ। ਜੇ ਕਿਸੇ ਇਲਾਕੇ ਦੇ ਵਿੱਚ ਲੋਕ ਥੋੜੇ ਸੀ ਤੇ ਉਸ ਇਲਾਕੇ ਦੀ ਅਨੁਪਾਤ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਲੋਕ ਦਿੱਤੇ ਜਾਂਦੇ ਸੀ। ਲੇਵੀਆਂ ਦੇ ਕਬੀਲੇ ਦੇ ਵਿੱਚੋਂ ਪੁਰੋਹਿਤ ਦਿੱਤੇ ਜਾਂਦੇ ਸੀ ਤਾਂ ਕਿ ਉਹਨਾਂ ਨੂੰ ਪੂਰੇ। ਸੋ ਅਸੀਂ ਇਹ ਚੀਜ਼ ਬਾਰ-ਬਾਰ ਪੜ੍ਹਨੀ ਆ, ਇਹ ਦੇਖਣੀ ਆ। ਸੋ ਲੇਕਿਨ ਹੁਣ ਅਸੀਂ ਇਹ ਦੇਖਦੇ ਪਏ ਹਾਂ ਕਿ ਰੋਬੇਨ ਨੂੰ ਉਹਦੇ ਹਿਸਾਬ ਦੇ ਨਾਲ ਉਹ ਇਲਾਕਾ ਦਿੱਤਾ ਗਿਆ ਜਿਸ ਦੀ ਹੱਦ ਪੱਛਮ ਤੇ, ਔਰ ਅਸੀਂ ਦੇਖਦੇ ਪਏ ਕਿ ਇਹ ਸਾਰੇ ਇਲਾਕੇ ਜਿਹੜੇ ਅਸੀਂ ਦੇਖਦੇ ਪਏ ਹਾਂ ਇਹ ਵਾਅਦੇ ਦੀ ਧਰਤੀ ਦੇ ਨਾਲ ਨਹੀਂ ਗੇ, ਇਹ ਬੋਨਸ ਆ। ਇਹ ਉਹਨਾਂ ਨੂੰ ਬੋਨਸ ਮਿਲਿਆ। ਔਰ ਅਸੀਂ ਦੇਖਦੇ ਹਾਂ ਬਲਿਆਮ ਮਾਰਿਆ ਗਿਆ ਜਿਸ ਲਈ ਉਹਨਾਂ ਨੇ ਹਮਲਾ ਕੀਤਾ ਤੇ ਮੁਆਬ ਦੇ ਉੱਤੇ ਵੱਡੀ ਲੈ ਲਈ ਤੇ ਉਸ ਵੇਲੇ ਜਿਹੜਾ ਬਲਿਆਮ ਆ ਉਹ ਮਾਰਿਆ ਗਿਆ ਉਸ ਅਟੈਕ ਦੇ ਵਿੱਚ। ਕਿਉਂ ਮਾਰਿਆ ਗਿਆ? ਕਿਉਂਕਿ ਉਹ ਪ੍ਰਭੂ ਦੇ ਲੋਕਾਂ ਦੇ ਲਈ ਉਹਨਾਂ ਨੂੰ ਸਰਾਫ ਦੇਣ ਦੇ ਲਈ ਆਇਆ ਸੀ। ਪਰ ਪ੍ਰਭੂ ਨੇ ਕਿਹਾ ਕਿ ਜੇ ਤੂੰ ਜਾਣਾ ਮੰਗਦਾ ਤਾਂ ਜਾ ਪਾਏ, ਪਰ ਉਹਨਾਂ ਨੂੰ ਉਹੀ ਕਹੀ ਜੋ ਮੈਂ ਕਹੂੰਗਾ। ਸੋ ਉਹਦੇ ਮੂੰਹ ਚੋਂ ਬਰਕਤ ਨਿਕਲੀ, ਹੋਰ ਕੁਛ ਨਹੀਂ। ਸੋ ਰਾਜਾ ਤੋਂ ਵੀ ਖਾਲੀ ਹੱਥ ਵਾਪਸ ਗਿਆ। ਉਹ ਕਹਿੰਦਾ ਤੂੰ ਤੇ ਨਾਲ ਬਰਕਤਾਂ ਦੇਈ ਜਾਣਾ, ਇਸ ਤੋਂ ਪਹਿਲਾਂ ਮੈਂ ਤੈਨੂੰ ਮਾਰ ਦੇਵਾਂ, ਦੌੜ ਜਾ ਇੱਥੋਂ। ਉਹ ਖਾਲੀ ਗਿਆ ਸੀਗਾ, ਉਹਨੂੰ ਮਿਲਿਆ ਕੁਛ ਨਹੀਂ ਸੀ। ਉਹਦੀ ਬਰਕਤ ਇਹੋ ਹੀ ਸੀ ਕਿ ਆਉਂਦਾ ਹੀ, ਕਿਉਂਕਿ ਇਸ ਇਲਾਕੇ ਦੇ ਵਿੱਚ ਉਹ ਪ੍ਰਭੂ ਦਾ ਆਖਰੀ ਨਬੀ ਸੀ। ਬਾਕੀਆਂ ਨੂੰ ਉਹਨਾਂ ਨੇ ਆਪੇ ਹੀ ਮਾਰ ਦਿੱਤਾ ਸੀ ਕਿਉਂਕਿ ਉਹ ਬੁੱਤ ਪ੍ਰਸਤੀ ਕਰਦੇ ਸੀ। ਤੇ ਉਹ ਨਬੀ ਇੰਨੇ ਸਟਰੋਂਗ ਸੀ, ਉਹ ਇਹਨਾਂ ਨੂੰ ਦੱਸਦੇ ਸੀਗੇ ਕਿ ਇਹ ਮੌਤ ਦਾ ਕਾਰਨ, ਤੁਸੀਂ ਲੱਕੜਾਂ ਪੱਥਰਾਂ ਦੇ ਮੂਹਰੇ, ਮੂਰਤੀਆਂ ਦੇ ਮੂਹਰੇ ਤੁਸੀਂ ਮੱਥੇ ਟੇਕਦੇ ਪਏ ਆ, ਤੁਸੀਂ ਉਹ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਜੋ ਹੈ ਵੀ ਨਹੀਂ, ਜੋ ਮਨੁੱਖ ਨੇ ਆਪਣੇ ਦਿਮਾਗ ਦੇ ਵਿੱਚੋਂ ਕੜੀਆਂ ਹੈ। ਇੱਕ ਲੱਕੜਹਾਰੇ ਨੇ, ਇੱਕ ਤਰਖਾਣ ਨੇ ਉਹਨੂੰ ਉਹ ਮੂਰਤੀ ਬਣਾਈ, ਸੁਨਿਆਰੇ ਨੇ ਲੋਹਾਰ ਨੇ ਉਹ ਚ ਮੇਖਾਂ ਲਾਈਆਂ, ਸੁਨਿਆਰੇ ਨੇ ਉੱਤੇ ਸੋਨਾ ਲਾਇਆ, ਪਰ ਤੁਸੀਂ ਉਹਨੂੰ ਮੋਢਿਆਂ ਤੇ ਚੁੱਕ ਕੇ ਫਿਰਦੇ ਆ ਔਰ ਫਿਰ ਉਹਦੇ ਹੀ ਮੋਹਰੇ ਚੁੱਕਦੇ।
ਸਭ ਤੋਂ ਵੱਡੀ ਚੀਜ਼ ਇਹ ਸੀ ਕਿ ਹਰ ਮੂਰਤੀ ਦੇ ਪਿੱਛੇ ਇੱਕ ਬੁਰੀ ਆਤਮਾ ਸੀ। ਔਰ ਬੁਰੀਆਂ ਆਤਮਾ ਸਾਨੂੰ ਕੀ ਦਿੰਦੀਆਂ? ਕੁਇਕ ਫਿਕਸ। ਕਿਉਂ ਲੋਕ ਸਿਰ ਘੁਮਾਉਣ ਵਾਲਿਆਂ ਦੇ ਪਿੱਛੇ ਇੰਡੀਆ 'ਚ ਤੁਰੇ ਫਿਰਦੇ? ਕਿਉਂ ਹੱਥ ਦਿਖਾਉਣ ਵਾਲਿਆਂ ਦੇ ਪਿੱਛੇ ਤੁਰੇ ਫਿਰਦੇ? ਕਿਉਂ ਪੰਡਤਾਂ ਪਾਂਧਿਆਂ ਦੇ ਪਿੱਛੇ ਦੌੜੇ ਫਿਰਦੇ? ਟੂਣੇ ਜਾਦੂਗਰਾਂ ਦੇ ਪਿੱਛੇ ਤੁਰੇ ਫਿਰਦੇ? ਇਹੋ ਹੀ ਤਾਂ ਕਾਰਨ। ਕੁਇਕ ਫਿਕਸ। ਕੁਇਕ ਫਿਕਸ ਹਮੇਸ਼ਾ ਮੇਰੇ ਵੱਲੋਂ ਮੇਰੀ ਆਪਣੀ ਜਿਹੜੀ ਲਾਲਸਾ ਹੁੰਦੀ ਉਹ ਹੁੰਦੀ। ਉਹ ਨਾ ਮੇਰੇ ਲਈ ਗੁੱਡ ਹੁੰਦੀ ਆ ਔਰ ਉਹ ਮੇਰੀ ਜ਼ਿੰਦਗੀ ਦੇ ਲਈ ਹਮੇਸ਼ਾ ਬੁਰਾਈ ਪੈਦਾ ਕਰਦੀ। ਜੋ ਪ੍ਰਭੂ ਦੀ ਇੱਛਾ ਆ ਮੇਰੇ ਲਈ ਉਹ ਹਮੇਸ਼ਾ ਬਰਕਤ ਲੈ ਕੇ ਆਉਂਦੀ। ਔਰ ਉਸ ਇੱਛਾ ਦੇ ਵਿੱਚ ਭਾਵੇਂ ਧਰਤੀ ਤੇ ਮੇਰੇ ਲਈ ਬੁਰਾਈ ਵੀ ਕਿਉਂ ਨਾ ਹੋਵੇ, ਉਹ ਉਹਦੇ ਵਿੱਚੋਂ ਵੀ ਭਲਾਈ ਪੈਦਾ ਕਰ ਰਿਹਾ ਹੁੰਦਾ, ਕਿਉਂਕਿ ਉਸਨੂੰ ਪਤਾ ਆ ਕਿ ਇਹ ਦੇਖਣ ਨੂੰ ਇਹਦੇ ਲਈ ਬੁਰਾਈ ਆ ਪਰ ਇਸ ਦੇ ਵਿੱਚ ਭਲਾਈ ਆ। ਕੋਈ ਇੱਕ ਚੀਜ਼ ਨੂੰ ਨਹੀਂ ਦੇਖ ਰਿਹਾ ਹੁੰਦਾ, ਉਹ ਉਹਨਾਂ ਚੀਜ਼ਾਂ ਨੂੰ ਵੀ ਦੇਖ ਰਿਹਾ ਹੁੰਦਾ ਜਿਹੜੀਆਂ ਉਸ ਇੱਕ ਚੀਜ਼ ਦੇ ਵੱਲ ਮੇਰੀ ਨਜ਼ਰ ਲੱਗੀ ਹੋਆ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਇਗਨੋਰ ਕਰ ਰਿਹਾ। ਸਾਡਾ ਪ੍ਰਭੂ ਇਸੇ ਕਰਕੇ ਉਸਨੂੰ ਸਰਵ ਵਿਆਪੀ ਕਿਹਾ ਜਾਂਦਾ, ਕਿਉਂਕਿ ਉਸਨੂੰ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਰਿਹਾ ਹੁੰਦਾ। ਉਸਨੂੰ ਪਤਾ ਹੁੰਦਾ ਕਿ ਜੇ ਇਹ ਮੇਰੀ ਚਾਹਤ ਨਹੀਂ ਹੈ ਤਾਂ ਮੇਰੀ ਗਰੀਡ ਆ। ਇਹ ਤਾਂ ਮੈਂ ਆਪਣੇ ਪ੍ਰਭੂ ਨੂੰ ਹੁਕਮ ਦੇ ਰਿਹਾ, ਪ੍ਰਭੂ ਦਾ ਹੁਕਮ ਥੋੜਾ ਮੰਨ ਰਿਹਾ, ਹੁਕਮ ਦੇ ਰਿਹਾ। ਉਸਨੂੰ ਪਤਾ ਹੁਣ ਪ੍ਰਭੂ ਨੇ ਬਰਕਤ ਇੱਕ ਐਸੇ ਬੰਦੇ ਨੂੰ ਦੇਣੀ ਆ ਜਿਸਨੇ ਸਭ ਤੋਂ ਪਹਿਲਾਂ ਪ੍ਰਭੂ ਦੇ ਲਈ ਆਪਣਾ ਖੜਾ ਹੋਇਆ ਸੀ ਕਿ ਇਹ ਮੈਂ ਪ੍ਰਭੂ ਦੇ ਲਈ ਖੜਾ ਹੋਊਂਗਾ। ਸੋ ਹੁਣ ਆਪਾਂ ਆ ਗਏ ਬੇਸਿਕਲੀ 14ਵੇਂ ਪਾਪ ਦੇ ਵਿੱਚ, ਔਰ ਅਸੀਂ ਅੱਜ 14ਵਾਂ ਚੈਪਟਰ ਪੜਾਂਗੇ ਤੇ ਦੁਆ ਕਰਾਂਗੇ ਔਰ ਕੱਲ ਨੂੰ 14ਵੇਂ ਚੈਪਟਰ ਨੂੰ ਖੋਲ ਕੇ ਦੇਖਾਂਗੇ। ਓਕੇ ਪਾਸਟਰ, ਮੈਂ ਪੜ੍ਹ ਦਿੰਦੀ ਹਾਂ। ਮੇਰੀ ਭੈਣ। ਹਾਂਜੀ। ਜਰਦਨ ਦਰਿਆ ਦੇ ਪੱਛਮੀ ਇਲਾਕਿਆਂ ਦੀ ਵੰਡ। ਜਰਦਨ ਦਰਿਆ ਦੇ ਪੱਛਮੀ ਪਾਸੇ ਕਨਾਨ ਦੇਸ਼ ਦੀ ਧਰਤੀ ਪੁਰੋਹਤ ਅਲ-ਅਜ਼ਾਰ ਨੂਨ ਦੇ ਪੁੱਤਰ ਯਹੋਸ਼ੁਆ ਤੇ ਕੁੱਲਾਂ ਦੇ ਆਗੂਆਂ ਨੇ ਇਜ਼ਰਾਈਲੀ ਲੋਕਾਂ ਵਿੱਚ ਵੰਡੀ ਸੀ। ਪ੍ਰਭੂ ਦੀ ਆਗਿਆ ਅਨੁਸਾਰ ਉਹਨਾਂ ਨੇ ਇਹ ਧਰਤੀ ਗੁਣੇ ਪਾ ਕੇ ਇਜ਼ਰਾਈਲ ਦੇ 9.5 ਕਬੀਲਿਆਂ ਵਿੱਚ ਵੰਡੀ ਸੀ। ਮੂਸਾ ਨੇ 2.5 ਕਬੀਲਿਆਂ ਨੂੰ ਪਹਿਲਾਂ ਹੀ ਜਰਦਨ ਦੇ ਪੂਰਬੀ ਪਾਸੇ ਵੱਲ ਧਰਤੀ ਦੇ ਦਿੱਤੀ ਸੀ। ਉਸਨੇ ਲੇਵੀ ਲੋਕਾਂ ਦੇ ਕਬੀਲੇ ਨੂੰ ਕੋਈ ਵੀ ਜਾਇਦਾਦ ਨਹੀਂ ਦਿੱਤੀ ਸੀ। ਲੇਵੀ ਲੋਕਾਂ ਨੂੰ ਰਹਿਣ ਦੇ ਲਈ ਕੁਝ ਸ਼ਹਿਰ ਅਤੇ ਉਹਨਾਂ ਦੇ ਨਾਲ ਮਾਲ ਡੰਗਰ ਰੱਖਣ ਲਈ ਕੁਝ ਖੁੱਲੀ ਜ਼ਮੀਨ ਮਿਲੀ ਸੀ। ਜੋਸਫ ਦੇ ਦੋਹਾਂ ਪੁੱਤਰਾਂ ਮਨੱਸ਼ੇ ਅਤੇ ਫਰਾਈਮ ਤੋਂ ਚੱਲੇ 2 ਕਬੀਲੇ ਗਿਣੇ ਗਏ ਸਨ। ਸੋ ਇਜ਼ਰਾਈਲੀ ਲੋਕਾਂ ਦੇ ਪ੍ਰਭੂ ਦੇ ਕਹੇ ਅਨੁਸਾਰ ਸਾਰੀ ਧਰਤੀ ਆਪੋ ਵਿੱਚ ਵੰਡ ਲਈ। ਹਬਰੋਨ ਦੇ ਇਲਾਕੇ ਦਾ ਕਲੇਬ ਨੂੰ ਮਿਲਣਾ। ਇੱਕ ਦਿਨ ਯਹੂਦਾ ਕਬੀਲੇ ਦੇ ਕੁਝ ਲੋਕ ਗਿਲਗਾਲ ਵਿੱਚੋਂ ਯਹੋਸ਼ੁਆ ਕੋਲ ਆਏ ਅਤੇ ਯਫੁਨਾ ਕਨੀਜੀ ਤੇ ਪੁੱਤਰ ਕਲੇਬ ਨੇ ਯਹੋਸ਼ੁਆ ਨੂੰ ਕਿਹਾ, ਤੈਨੂੰ ਯਾਦ ਹੋਵੇਗਾ ਕਿ ਕਦੇਸ਼ ਬਰਨੇਆ ਦੀ ਥਾਂ ਪਰਮੇਸ਼ਰ ਦੇ ਦਾਸ ਮੂਸਾ ਨੂੰ ਪ੍ਰਭੂ ਨੇ ਤੇਰੇ ਅਤੇ ਮੇਰੇ ਬਾਰੇ ਕੀ ਕਿਹਾ ਸੀ। ਮੈਂ ਉਸ ਸਮੇਂ 40 ਸਾਲਾਂ ਦਾ ਸਾਂ ਜਦੋਂ ਪ੍ਰਭੂ ਨੇ ਦਾਸ ਮੂਸਾ ਨੂੰ ਮੈਨੂੰ ਕਦੇਸ਼ ਬਰਨੇਆ ਤੋਂ ਇਸ ਦੇਸ਼ ਦਾ ਭੇਦ ਲੈਣ ਘੱਲਿਆ ਸੀ। ਮੈਂ ਇਸ ਬਾਰੇ ਉਸਨੂੰ ਠੀਕ ਖਬਰ ਦਿੱਤੀ ਸੀ। ਮੇਰੇ ਨਾਲ ਦੇ ਬਾਕੀ ਦੇ ਜਸੂਸਾਂ ਨੇ ਲੋਕਾਂ ਨੂੰ ਗਲਤ ਖਬਰ ਦੇ ਕੇ ਡਰਾ ਦਿੱਤਾ ਸੀ, ਪਰ ਮੈਂ ਪ੍ਰਭੂ ਪਰਮੇਸ਼ਰ ਤੇ ਵਿਸ਼ਵਾਸ ਕਰਦਿਆਂ ਹੋਇਆਂ ਉਹਨਾਂ ਦਾ ਵਿਰੋਧ ਕੀਤਾ ਸੀ। ਇਸ ਕਾਰਨ ਮੂਸਾ ਨੇ ਉਸ ਸਮੇਂ ਸਹੁੰ ਚੁੱਕੀ ਸੀ ਕਿ ਜਿਸ ਧਰਤੀ ਤੇ ਮੇਰੇ ਪੈਰ ਪਏ ਹਨ ਉਹ ਮੈਨੂੰ ਅਤੇ ਮੇਰੀ ਸੰਤਾਨ ਨੂੰ ਵਿਰਸੇ ਦੇ ਤੌਰ ਤੇ ਮਿਲੇਗੀ, ਕਿਉਂਕਿ ਮੈਂ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਸੀ। ਇਸ ਗੱਲ ਨੂੰ ਹੋਇਆ 45 ਸਾਲ ਹੋ ਗਏ ਹਨ ਅਤੇ ਉਸ ਸਮੇਂ ਇਜ਼ਰਾਈਲੀ ਲੋਕ ਉਜਾੜ ਵਿੱਚ ਸਫ਼ਰ ਕਰ ਰਹੇ ਸਨ।
ਇਸ ਵੇਲੇ ਮੇਰੀ ਉਮਰ 85 ਸਾਲ ਦੀ ਹੈ। ਮੇਰੇ ਸਰੀਰ ਵਿੱਚ ਅੱਜ ਵੀ ਪਹਿਲੇ ਜਿੰਨਾ ਬਲ ਹੈ ਜਦੋਂ ਮੂਸਾ ਨੇ ਮੈਨੂੰ ਭੇਦ ਲੈਣ ਘੱਲਿਆ ਸੀ, ਪਰ ਮੈਂ ਅੱਜ ਵੀ ਪਹਿਲੇ ਦੀ ਤਰ੍ਹਾਂ ਲੜਾਈ ਵਿੱਚ ਜਾਣ ਦੇ ਜਾਂ ਕਿਸੇ ਹੋਰ ਸਖਤ ਕੰਮ ਕਰਨ ਦੇ ਲਈ ਯੋਗ ਹਾਂ। ਸੋ ਹੁਣ ਮੇਰੀ ਤੇਰੇ ਅੱਗੇ ਬੇਨਤੀ ਹੈ ਕਿ ਤੂੰ ਮੈਨੂੰ ਇਹ ਪਹਾੜੀ ਇਲਾਕਾ ਦੇ। ਮੈਨੂੰ ਪਤਾ ਹੈ ਕਿ ਉੱਥੇ ਅਨਾਕੀ ਜਾਤੀ ਦੇ ਦੈਂਤ ਰਹਿੰਦੇ ਹਨ ਅਤੇ ਉਹਨਾਂ ਦੇ ਸ਼ਹਿਰ ਵੱਡੇ ਤੇ ਕਿਲਿਆਂ ਵਾਲੇ ਮਜ਼ਬੂਤ ਹਨ। ਮੇਰਾ ਵਿਸ਼ਵਾਸ ਹੈ ਕਿ ਪ੍ਰਭੂ ਮੇਰੇ ਨਾਲ ਹੋਵੇਗਾ ਅਤੇ ਮੈਂ ਉਹਨਾਂ ਦੈਂਤਾਂ ਨੂੰ ਉੱਥੋਂ ਕੱਢ ਦੇਵਾਂਗਾ। ਇਸ ਦੇ ਲਈ ਪ੍ਰਭੂ ਨੇ ਮੈਨੂੰ ਵਚਨ ਦਿੱਤਾ ਸੀ। ਤਦ ਯਹੋਸ਼ੁਆ ਨੇ ਕਲੇਬ ਨੂੰ ਸੀਸ ਦਿੱਤੀ ਅਤੇ ਉਸ ਨੂੰ ਹਬਰੋਨ ਸ਼ਹਿਰ ਦਾ ਸਾਰਾ ਇਲਾਕਾ ਦੇ ਦਿੱਤਾ। ਹਬਰੋਨ ਦਾ ਇਲਾਕਾ ਅੱਜ ਤੱਕ ਯਫੁਨਿਆ ਕਨਿਜੀ ਦੇ ਪੁੱਤਰ ਕਲੇਬ ਦਾ ਵਿਰਸਾ ਗਿਣਿਆ ਜਾਂਦਾ ਹੈ, ਕਿਉਂਕਿ ਉਹ ਇਜ਼ਰਾਈਲ ਦੇ ਪ੍ਰਭੂ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਪੂਰੇ ਤੌਰ ਨਾਲ ਮੰਨਦਾ ਸੀ। ਹਬਰੋਨ ਦਾ ਨਾਮ ਪਹਿਲਾਂ ਕਿਰਜਤ ਅਰਬਾ ਸੀ। ਅਰਬਾ ਨਾਕੀ ਜਾਤੀ ਦੇ ਲੋਕਾਂ ਦਾ ਇੱਕ ਵੱਡਾ ਆਦਮੀ ਸੀ। ਇਸ ਪਿੱਛੋਂ ਉਸ ਇਲਾਕੇ ਵਿੱਚ ਅਮਨ ਚੈਨ ਰਿਹਾ। ਆਮੀਨ। ਅਸੀਂ ਕੀ ਦੇਖਦੇ ਪਏ ਹਾਂ ਹੁਣ? ਉਹ ਬੰਦਾ ਜਿਹਨੇ ਸਭ ਤੋਂ ਪਹਿਲਾਂ ਆ ਕੇ ਇਸ ਚੀਜ਼ ਨੂੰ ਉਹਨਾਂ ਨੂੰ ਕਿਹਾ ਕਿ ਨੋ ਨੋ ਨੋ, ਸਾਡਾ ਪ੍ਰਭੂ ਜਿਹੜਾ ਸਾਨੂੰ ਉੱਥੋਂ ਮਿਸਰ ਤੋਂ ਕੱਢ ਕੇ ਲੈ ਕੇ ਆਇਆ, ਸਮੁੰਦਰ ਪਾਰ ਸਾਨੂੰ ਕੱਢ ਕੇ ਲੈ ਕੇ ਆਇਆ, ਜਿਸ ਨੇ ਕੌੜੇ ਪਾਣੀ ਮਿੱਠੇ ਕੀਤੇ, ਜਿਸ ਪ੍ਰਭੂ ਨੇ ਸਾਨੂੰ ਸਵਰਗ ਤੋਂ ਮੰਨਾ ਦਿੱਤਾ, ਜੋ ਮੰਨਾ ਜੋ ਜਿਹੜੇ ਉਸਦੇ ਸਵਰਗਦੂਤ ਖਾਂਦੇ ਆ, ਉਹ ਸਾਨੂੰ ਦਿੱਤੇ, ਜਿਸ ਪ੍ਰਭੂ ਨੇ ਸਾਨੂੰ ਨੇਮ ਦਿੱਤਾ, ਜਿਸ ਪ੍ਰਭੂ ਨੇ ਸਾਨੂੰ ਇੱਥੇ ਤੱਕ ਲੈ ਕੇ ਆਇਆ। ਸਾਨੂੰ ਇਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ ਕਿ ਉਹ ਦੈਂਤ ਕਿੱਡੇ ਕਿੱਡੇ ਵੱਡੇ, ਬਲਕਿ ਸਾਨੂੰ ਉਸ ਧਰਤੀ ਤੇ ਹਮਲਾ ਕਰਨਾ ਚਾਹੀਦਾ। ਅਸੀਂ ਜਿੱਤ ਜਾਣਾ, ਅਸੀਂ ਕਮਜ਼ੋਰ ਨਹੀਂ। ਬੇਸ਼ੱਕ ਅਸੀਂ ਕਮਜ਼ੋਰ ਹਾਂ, ਪਰ ਸਾਡਾ ਪ੍ਰਭੂ ਤਾਕਤਵਰ, ਅਸੀਂ ਉਹਦੇ ਵਿੱਚ ਤਾਕਤ। ਸੋ ਉਹਨੇ ਆਪਣੇ ਆਪ ਦੇ ਲਈ ਇੱਕ ਚੈਲੰਜ ਚੁਣਿਆ, ਕਿਉਂਕਿ ਦੋਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਬੋਲਿਆ ਸੀ ਉਹ ਕਲੇਬ ਬੋਲਿਆ ਸੀ। ਯਹੋਸ਼ੂਆ ਉਹਦੇ ਨਾਲ ਰਲ ਗਿਆ ਸੀ। ਯਹੋਸ਼ੂਆ ਨੂੰ ਬਰਕਤ ਇਸ ਕਰਕੇ ਮਿਲੀ ਸਭ ਤੋਂ ਪਹਿਲਾਂ ਕਿਉਂਕਿ ਉਹ ਮੂਸਾ ਦਾ ਸਭ ਤੋਂ ਵੱਡਾ ਸੇਵਕ ਸੀ। ਮੂਸਾ ਦੇ ਨਾਲ ਹਮੇਸ਼ਾ ਉਹ ਖੜਾ ਹੁੰਦਾ ਸੀ, ਪਰ ਉਸਨੇ ਇਸ ਚੀਜ਼ ਦੇ ਉੱਤੇ ਕਦੀ ਸ਼ੱਕ ਨਹੀਂ ਕੀਤੀ ਸੀ ਕਿ ਪ੍ਰਭੂ ਇਹ ਕਰ ਨਹੀਂ ਸਕਦਾ। ਪਰ ਬੋਲਣ ਵਾਲਾ ਸਭ ਤੋਂ ਪਹਿਲਾਂ ਜਿਹੜਾ ਸੀ ਉਹ ਸੀ ਕਲੇਬ ਸੀ। ਕਲੇਬ ਨੇ ਇਹ ਚੀਜ਼ ਕਹੀ ਕਿ ਇਹ ਧਰਤੀ ਸਾਨੂੰ ਮਿਲ ਚੁੱਕੀ ਆ। ਉਸਨੇ ਕਿਹਾ ਸਾਡਿਆਂ ਹੱਥਾਂ ਦੇ ਵਿੱਚ ਪ੍ਰਭੂ ਨੇ ਇਹ ਧਰਤੀ ਦੇ ਦਿੱਤੀ ਆ, ਸਾਨੂੰ ਪ੍ਰਭੂ ਨੇ ਆਲਰੇਡੀ ਜਿੱਤ ਦੇ ਦਿੱਤੀ, ਉਹ ਮਰੇ ਹੋਏ ਲੋਕ। ਸੋ ਹੁਣ ਇਸ ਇਲਾਕੇ ਤੇ ਹਾਲੇ ਹਮਲਾ ਨਹੀਂ ਹੋਇਆ। ਉਸਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਆਉਣ ਦੀ ਲੋੜ, ਇਸ ਦੇ ਵਿੱਚ ਬਹੁਤ ਵੱਡੀ ਚੀਜ਼ ਛੁਪੀ ਹੋ। ਤੁਹਾਨੂੰ ਸਾਰਿਆਂ ਨੂੰ ਆਉਣ ਦੀ ਲੋੜ ਨਹੀਂ। ਮੈਂ ਤੇ ਮੇਰਾ ਕਬੀਲਾ ਇਹਨਾਂ ਅਨਾਕੀ ਦੈਂਤਾਂ ਨੂੰ ਮਾਰ ਸਕਦੇ ਔਰ ਇਹਨਾਂ ਦੀ ਧਰਤੀ ਤੇ ਅਸੀਂ ਜਿੱਤ ਪ੍ਰਾਪਤ ਕਰ ਸਕਦੇ। ਔਰ ਉਹ ਅਨਾਕੀ ਦੈਂਤ ਕੀ ਕਹਿ ਰਹੇ ਆ ਕਿ ਸਾਰੀ ਕਨਾਨ ਦੀ ਧਰਤੀ ਚਾਹੇ ਤੁਸੀਂ ਕਬਜ਼ਾ ਕਰ ਰਹੇ ਹੋ, ਤੁਸੀਂ ਸਾਡੇ ਤੇ ਕਬਜ਼ਾ ਨਹੀਂ ਕਰ ਸਕਦੇ। ਇਕੱਠੇ ਨਹੀਂ ਆਪਸ ਦੇ ਵਿੱਚ, ਪ੍ਰਭੂ ਨੇ ਉਹਨਾਂ ਨੂੰ ਇਕੱਠੇ ਹੋਣ ਨਹੀਂ ਦਿੱਤਾ। ਵੀ ਅਸੀਂ BC ਚ ਰਹਿੰਦੇ ਹਾਂ, ਅਲਬਰਟਾ ਆ, ਮੈਨੀਟੋਬਾ ਆ, ਵਿਨੀਪੈਗ ਆ, ਟੋਰਾਂਟੋ। ਏਦਾਂ ਹੋਵੇ ਕਿ ਜਿੱਦਾਂ BC ਦੇ ਲੋਕ ਕਹਿਣ ਕਿ ਨਹੀਂ ਨਹੀਂ ਸਾਡੇ ਤੇ ਕਬਜ਼ਾ ਨਹੀਂ ਹੋ ਸਕਦਾ, ਨਾ ਅਸੀਂ ਤੁਹਾਡੀ ਮਦਦ ਕਰਨੀ ਹੈ, ਨਾ ਅਸੀਂ ਤੁਹਾਡੇ ਕੋਲ ਆਉਣਾ, ਅਸੀਂ ਜਾਣਦੇ ਹਾਂ, ਅਸੀਂ ਤਕੜੇ, ਤੁਸੀਂ ਆਪੇ ਹੀ ਜਾਣੋ। ਸੋ ਸਾਰਿਆਂ ਦੇ ਮਨ ਦੇ ਵਿੱਚ ਇਹ ਚੀਜ਼ ਛਾਈ ਹੋਆ ਕਿ ਅਸੀਂ ਤਕੜੇ। ਜਿਹੜੇ ਪੰਜ ਰਲਦੇ ਵੀ ਉਹ ਲਾਗੇ ਲੱਗਦੇ, ਉਹ ਤਾਂ ਰਲਦੇ। ਜਿੱਦਾਂ ਜਿਹੜੇ ਪੰਜ, ਅਸੀਂ ਇਹ ਕਹਿ ਲਈਏ ਕਿ ਜਿਹੜੇ ਪੰਜ ਅਲਬਰਟਾ ਦੇ ਇਲਾਕੇ ਦੇ ਵਿੱਚ ਉਹ ਆਪਸ ਚ ਰਲ ਗਏ, ਜਿਹੜੇ ਪੰਜ ਜਿਹੜੇ ਹੈਗੇ ਆ ਮੈਨੀਟੋਬਾ ਦੇ ਵਿੱਚ ਰਲ ਗਏ, ਵਿਨੀਪੈਗ ਵਾਲੇ ਰਲ ਗਏ। ਜੇ ਇੰਡੀਆ ਦੀ ਐਗਜ਼ਾਮਪਲ ਲਈਏ, ਜਿਹੜੇ ਪੰਜ ਜਿਹੜੇ ਹੈਗੇ ਆ ਪੰਜ ਦਰਿਆਵਾਂ ਦੇ ਜਿਹੜੇ ਗੱਭੇ ਆ ਉਹ ਸਾਰੇ ਆਪਸ ਚ ਰਲ ਗਏ। ਉੱਤਰ ਪ੍ਰਦੇਸ਼ ਵਾਲੇ ਆਪਸ ਚ ਰਲ ਗਏ,
ਉਸ ਤੋਂ ਬਾਅਦ ਇਹ ਗੁਜਰਾਤ ਵਾਲੇ ਆਪਸ ਚ ਰਲ ਗਏ, ਰਾਜਸਥਾਨ ਵਾਲੇ ਆਪਸ ਚ ਰਲ ਗਏ। ਉਹ ਚੀਜ਼ ਏਦਾਂ ਹੋ ਰਹੀ ਆ, ਔਰ ਪ੍ਰਭੂ ਉਹਨਾਂ ਨੂੰ ਵੱਖਰੇ ਰੱਖ ਰਿਹਾ। ਪਰ ਜਿਹੜੇ ਅਨਾਕੀ ਦੈਂਤਾ, ਉਹ ਕਹਿੰਦੇ ਸਾਨੂੰ ਕਿਸੇ ਦੀ ਲੋੜ ਹੀ ਨਹੀਂ, ਸਾਰੀਆਂ ਦੈਂਤਾਂ ਵਰਗੇ ਸਾਡੇ ਜਿੱਦਾਂ ਦੇ ਇਹਨਾਂ ਦੇ ਸਰੀਰ ਆ, ਏਡੇ ਸਾਡੇ ਹਥਿਆਰ ਆ। ਇਹ 5 ਫੁੱਟ ਇਹਨਾਂ ਦੇ ਸਰੀਰ ਆ ਤੇ 5 ਫੁੱਟ ਜਿੱਡੇ ਸਾਡੇ ਹਥਿਆਰ ਆ, ਅਸੀਂ ਇਹਨਾਂ ਨੂੰ ਹੁੰਝਾ ਫੇਰ ਦਿਆਂਗੇ। ਇਹ ਤੋਂ ਵੱਡੇ ਸਾਡੇ ਝਾੜੂ ਆ, ਇਹਨਾਂ ਨੂੰ ਸਾਫ਼ ਕਰ ਦਿਆਂਗੇ। ਔਰ ਐਡੀ ਵੱਡੀ ਜਿਹੜੀ ਸਭ ਤੋਂ ਜ਼ਿਆਦਾ ਬਰਕਤ ਨੂੰ ਉਹ ਪਿਆ। ਉਹਨੇ ਕਿਹਾ ਤੂੰ ਫਿਕਰ ਨਾ ਕਰ, ਮੇਰੇ ਪ੍ਰਭੂ ਨੇ ਮੈਨੂੰ ਕਿਹਾ। ਕਹਿੰਦਾ ਉਸਨੂੰ ਉਹ ਚੀਜ਼ ਭੁੱਲਦੀ ਨਹੀਂ ਜਦੋਂ 40 ਸਾਲ ਦੀ ਉਮਰ ਦਾ ਸੀ। ਔਰ ਜਿਸਲੇ ਉਸਨੇ ਬਾਕੀ 11 ਨੇ ਜਿਸਲੇ ਉਹ ਸਾਰੇ ਦੇਖੇ ਤੇ ਉਹਨਾਂ ਨੂੰ ਦੈਂਤ ਲੱਗੇ। ਜਿਸਲੇ ਉਹਨੇ ਦੇਖੇ ਤਾਂ ਉਹਨੂੰ ਸਾਰੇ ਮਰੇ ਹੋਏ ਲੱਗੇ, ਜੋ ਪ੍ਰਭੂ ਨੇ ਉਸਨੂੰ ਦਿਖਾਇਆ। ਉਹ ਸਾਰੇ ਉਸਨੂੰ ਮਰੇ ਹੋਏ ਲੱਗੇ ਕਿ they are dead already। ਔਰ ਅਗਲੇ ਸਾਲ ਜਿਹੜੇ ਅਗਲੇ 45 ਸਾਲ ਜਿਹੜੇ ਉਹਨਾਂ ਨੂੰ ਮਿਲੇ, ਉਹ ਸਿਰਫ ਸਾਹ ਮਿਲੇ, ਹੋਰ ਕੱਖ ਨਹੀਂ। ਐਕਸਟਰਾ ਸਾਹ ਮਿਲੇ ਤਾਂ ਕਿ ਪ੍ਰਭੂ ਦਾ ਨਾਮ ਉੱਚਾ ਹੋਵੇ ਔਰ ਉਹਨਾਂ ਦੀ ਕੀਤੀ ਹੋਈ ਜਿਹੜੀਆਂ ਬਦਕਾਰੀਆਂ ਆ, ਪ੍ਰਭੂ ਨੇ 40 ਸਾਲ ਹੋਰ ਉਹਨਾਂ ਨੂੰ ਬਦਕਾਰੀਆਂ ਕਰ ਲੈਣ ਦਿੱਤੀਆਂ। ਇੰਨਾ ਪ੍ਰਭੂ ਪਾਪੀਆਂ ਤੇ ਦਿਆਲੂ ਆ। ਉਹ ਇਹ ਨਹੀਂ ਕਹਿੰਦਾ ਕਿ ਜਦ ਪਾਪ ਵੱਧਦਾ ਤੇ ਮੈਂ ਆਉਣਾ ਤੇ ਮੈਂ ਮਾਰਦਾ। ਪ੍ਰਭੂ ਮੌਕੇ ਦਿੰਦਾ, ਉਹ ਪਾਪੀਆਂ ਨੂੰ ਵੀ ਮੌਕੇ ਦਿੰਦਾ, ਪਾਪੀਆਂ ਉੱਤੇ ਵੀ ਰਹਿਮ ਕਰਦਾ। ਕਿਉਂਕਿ ਅਸੀਂ ਜਾਣਦੇ ਹਾਂ ਜੇ ਅਸੀਂ ਇਤਿਹਾਸ ਦੇ ਵਿੱਚ, ਆਪਣੇ ਇਤਿਹਾਸ ਦੇ ਵਿੱਚ ਚਾਹੀਏ ਤਾਂ ਕਿਰਪਾਚਾਰਿਆ ਨੇ ਕੋਈ ਪਾਪ ਨਹੀਂ ਸੀ ਕੀਤਾ, ਦਰੋਣਾਚਾਰਿਆ ਨੇ ਕੋਈ ਪਾਪ ਨਹੀਂ ਸੀ ਕੀਤਾ, ਕਰਨ ਨੇ ਕੋਈ ਪਾਪ ਨਹੀਂ ਸੀ ਕੀਤਾ, ਲੇਕਿਨ ਉਹਨਾਂ ਸਾਰਿਆਂ ਨੂੰ ਪਾਪੀਆਂ ਦੀ ਮੌਤ ਮਰਨਾ ਪਿਆ। ਕਿਉਂ? ਕਾਰਨ ਸੀ ਕਿ ਪਾਪੀਆਂ ਨੂੰ ਉਹ ਮਾਰਨ ਆਇਆ, ਧਰਮੀਆਂ ਨੂੰ ਬਚਾਉਣ ਆਇਆ। ਯਿਸੂ ਪਾਪੀਆਂ ਨੂੰ ਬਚਾਉਣ ਆਇਆ, ਕਿਉਂਕਿ ਧਰਮੀ ਕੋਈ ਨਹੀਂ। ਜਿਹੜਾ ਪਾਪੀ ਇਸ ਚੀਜ਼ ਨੂੰ ਮੰਨ ਜਾਂਦਾ ਕਿ ਮੈਂ ਪਾਪੀ ਹਾਂ, ਉਹਨੂੰ ਬਚਾਉਂਦਾ, ਉਹਨੂੰ ਬਚਾਉਂਦਾ। ਸੋ ਜਿਸ ਲਈ ਅਸੀਂ ਪ੍ਰਭੂ ਦੇ ਇਸ ਵਚਨ ਦੇ ਵਿੱਚ ਦੀ ਲੰਘਦੇ ਪਏ ਹਾਂ, ਉਹ ਬੰਦਾ ਆਪਣੀ ਤਾਕਤ ਨਹੀਂ ਦੇਖਦਾ ਪਿਆ, ਪ੍ਰਭੂ ਦੀ ਬਚਾਉਣ ਵਾਲੀ ਤਾਕਤ ਨੂੰ ਦੇਖਦਾ ਪਿਆ। ਉਹ ਇਹ ਨਹੀਂ ਦੇਖਦਾ ਪਿਆ ਕਿ ਮੈਂ 85 ਸਾਲ ਦਾ ਬੁੱਢਾ ਹਾਂ। ਉਹ ਇਹ ਦੇਖਦਾ ਪਿਆ ਕਿ ਉਹ ਜਿਹੜਾ ਬਜ਼ੁਰਗ ਜਿਹੜੀ ਚੀਜ਼ ਹੁੰਦੀ ਆ, ਉਹ ਉਮਰ ਦੇ ਹਿਸਾਬ ਦੇ ਨਾਲ ਨਹੀਂ ਹੁੰਦੀ। ਮੈਂ ਅੱਜ ਵੀ ਮੈਨੂੰ ਪਤਾ ਕਿ ਹੁਣ ਤਾਂ ਅਸੀਂ ਪੂਲ ਤੇ ਜਾ ਨਹੀਂ ਸਕਦੇ। ਮੈਂ ਪੂਲ ਤੇ ਚਿੱਟੀਆਂ ਦਾੜੀਆਂ, ਲੰਬੀਆਂ ਦਾੜੀਆਂ ਵਾਲੇ ਲੋਕ ਦੇਖੇ ਆ। ਜਿਸ ਲਈ ਮੈਂ ਉਹਨਾਂ ਦੀਆਂ ਗੱਲਾਂ ਸੁਣਦਾ ਤੇ ਉਹ ਆਪਣੇ ਆਪ ਨੂੰ ਗੱਲਾਂ ਏਦਾਂ ਦੀਆਂ ਕਰਦੇ ਹੁੰਦੇ ਜਿੱਦਾਂ ਉਹ 26-27 ਸਾਲ ਦੇ ਛੋਕਰੇ ਹੁੰਦੇ। ਮੈਨੂੰ ਤਰਸ ਆ ਰਿਹਾ ਹੁੰਦਾ ਕਿ ਪ੍ਰਭੂ ਤੂੰ ਮੈਨੂੰ ਕਿਹਾ ਕਿ ਚਿੱਟਿਆਂ ਵਾਲਿਆਂ ਦੀ ਇੱਜ਼ਤ ਕਰ, ਮੈਂ ਇਹਨਾਂ ਦੀ ਇੱਜ਼ਤ ਕਰਾਂ? ਇਹਨਾਂ ਦੀਆਂ ਗੱਲਾਂ ਸੁਣ, ਮੈਂ ਇਹਨਾਂ ਦੀ ਇੱਜ਼ਤ ਕਰਾਂ? ਪਚਾਸੀ ਸਾਲ ਦਾ ਬਜ਼ੁਰਗ, ਦਿਲ ਉਹ 40 ਸਾਲ ਦਾ। ਕਿਉਂ? ਸਾਰਾ ਧਿਆਨ ਉਹ ਪ੍ਰਭੂ ਦੇ ਵਿੱਚ ਮਗਨ, ਪ੍ਰਭੂ ਦੇ ਵਿੱਚ ਮਗਨ। ਕਿਸੇ ਬੰਦੇ ਨੇ ਇਹ ਕਿਹਾ ਸੀ, ਉਹ ਬਹੁਤ ਵੱਡੀ ਜੌਬ ਛੱਡ ਕੇ ਤਾਂ ਉਹ ਅਫਰੀਕਾ ਦੇ ਵਿੱਚ ਜਾ ਕੇ ਉਹਨਾਂ ਬੱਚਿਆਂ ਦੇ ਵਿੱਚ ਕੰਮ ਕਰਦਾ ਸੀ ਜਿਹਨਾਂ ਬੱਚਿਆਂ ਨੂੰ ਖੁਰਾਕ ਨਹੀਂ ਸੀ ਮਿਲਦੀ ਪ੍ਰੋਪਰ।
ਔਰ ਉਹਨਾਂ ਦੇ ਢਿੱਡ ਮੋਟੇ ਮੋਟੇ ਹੋਏ ਸੀ, ਬਾਹਾਂ ਲੱਕੜੀ ਵਰਗੀਆਂ ਸੁੱਕੀਆਂ ਸੀ। ਆਈ ਮੀਨ ਤੁਸੀਂ ਦੇਖ ਸਕਦੇ ਸੀ ਕਿ ਉਹ ਕਮਜ਼ੋਰ ਬੱਚੇ। ਤੇ ਉਹਨੂੰ ਕਿਸੇ ਨੇ ਪੁੱਛਿਆ ਕਿ ਤੂੰ ਇਹ ਸਾਰੀਆਂ ਚੀਜ਼ਾਂ ਕਿਉਂ ਕਰਦਾ ਪਿਆ? ਤੂੰ ਐਡੀ ਵੱਡੀ ਪੋਜੀਸ਼ਨ ਛੱਡ ਕੇ ਤੂੰ ਇੱਥੇ ਆਇਆ, ਤੂੰ ਕਿਉਂ ਕਰਦਾ ਪਿਆ? ਉਸਨੇ ਇੱਕ ਚੀਜ਼ ਕਹੀ ਕਿ ਮੈਂ ਇਹਨਾਂ ਨੂੰ ਉਦਾਂ ਦੇਖਦਾ ਪਿਆ ਜਿੱਦਾਂ ਮੇਰਾ ਪ੍ਰਭੂ ਇਹਨਾਂ ਨੂੰ ਦੇਖਦਾ। ਇੱਕ ਕਮਜ਼ੋਰ ਔਰ ਮੇਰੇ ਪ੍ਰਭੂ ਦੀ ਤਾਕਤ ਇਹਨਾਂ ਦੇ ਨਾਲ। ਇਸ ਕਰਕੇ ਮੈਂ ਇੱਥੇ ਆਇਆ। ਇੱਥੇ ਮੈਂ ਨਹੀਂ ਆਇਆ, ਮੇਰਾ ਪ੍ਰਭੂ ਆਇਆ ਜੋ ਮੇਰੇ ਪ੍ਰਭੂ ਦੀ ਤਾਕਤ ਸਾਡੇ ਨਾਲ ਹੈ ਕਿ ਨਹੀਂ, ਇਹ ਮੇਨ ਚੀਜ਼ ਹੈ। ਸਾਡੀ ਅਕਲ, ਸਾਡੀ ਬੁੱਧ, ਸਾਡੀ ਸਮਝ ਮੇਕ ਨੋ ਡਿਫਰੈਂਸ। ਉਸ ਬੰਦੇ ਨੂੰ, ਕਲੇਬ ਨੂੰ ਇਹ ਚੀਜ਼ ਦੱਸਦੀ ਪਈ ਹੈ। ਉਹਦੀ ਅਕਲ ਦੇ ਅਨੁਸਾਰ ਉਹ 85 ਸਾਲ ਦਾ ਬੁੱਢਾ ਹੈ। ਉਸ ਤੋਂ ਘੱਟ ਜਿਹੜੇ ਗੱਭੇ ਦੀ ਉਮਰ ਦੇ ਆ, ਉਹ ਤੋਂ ਲੈ ਕੇ 65 ਸਾਲ ਦੀ ਜਿਹੜੀ ਉਮਰ ਦੇ ਹੁਣ ਲੋਕ 5 ਸਾਲ ਵੱਧ ਚੁੱਕੇ ਆ। ਉਹ 20 ਸਾਲ ਜਿਹੜਾ ਉਹ ਮਿਸਿੰਗ ਆ। 2 ਜਨਰੇਸ਼ਨਾਂ 10-10 ਸਾਲ ਦੀਆਂ ਮਿਸਿੰਗ। ਔਰ ਇੱਕ ਬੁੱਢਾ ਇਹ ਕਹਿ ਰਿਹਾ, ਤੂੰ ਬਸ ਫਿਕਰ ਨਾ ਕਰ, ਸਾਨੂੰ ਤੂੰ ਇਹ ਇਲਾਕਾ ਦੇ ਦੇ ਜਿੱਤ ਅਸੀਂ ਆਪੇ ਪ੍ਰਾਪਤ ਕਰਾਂਗੇ। ਇਹ ਚਾਹੇ ਜਿੱਦਾਂ ਦੇ ਮਰਜ਼ੀ ਅਸੀਂ ਜਿੱਤ ਆਪੇ ਪ੍ਰਾਪਤ ਕਰਾਂਗੇ। ਇਹ ਸਾਨੂੰ ਹੋਪ ਦਿੰਦੀਆਂ, ਉਮੀਦ ਦਿੰਦੀਆਂ ਚੀਜ਼ਾਂ। ਸਾਨੂੰ ਕਦੇ ਨਹੀਂ ਇਹ ਭੁੱਲਣਾ ਚਾਹੀਦਾ। ਆਪਣੀ ਜਿੱਤ ਨੂੰ ਕਦੀ ਨਾ ਭੁੱਲੋ, ਚਾਹੇ ਜੋ ਵੀ ਤੁਸੀਂ। ਜੇ 85 ਸਾਲ ਦਾ ਬਜ਼ੁਰਗ ਇਹ ਕਹਿ ਸਕਦਾ ਕਿ ਯਹੋਸ਼ੂਆ 11 ਕਬੀਲਿਆਂ ਦੀ ਜਿਹੜੀ ਫੌਜ ਇੱਕ ਪਾਸੇ ਰੱਖ, ਮੈਨੂੰ ਕੋਈ ਲੋੜ ਨਹੀਂ ਉਹਨਾਂ ਦੀ, ਇਹਨਾਂ ਦੀ ਦੈਂਤਾਂ ਤੇ ਮੈਂ ਕਬਜ਼ਾ ਕਰੂੰਗਾ। ਉਸ ਅਨਾਕੀ ਦੈਂਤਾਂ ਤੋਂ 11 ਕਬੀਲੇ ਡਰ ਕੇ ਗਏ ਸੀ। ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ। ਉਹਨਾਂ ਅਨਾਕੀ ਦੈਂਤਾਂ ਤੋਂ 11 ਕਬੀਲਿਆਂ ਨੇ ਬਾਅਦ ਦੇ ਵਿੱਚ ਜਾ ਕੇ ਰੋਣ ਧੋਣ ਪਾਇਆ ਸੀ। ਉਸ ਇਕੱਲੇ ਨੇ ਇਹ ਚੀਜ਼ ਕਹੀ ਸੀ, ਫਿਕਰ ਨਾ ਕਰੋ, ਅਸੀਂ ਜਿੱਤ ਪ੍ਰਾਪਤ ਕਰਾਂਗੇ। ਸਾਡੇ ਨਾਲ ਸਾਡਾ ਪ੍ਰਭੂ, ਅਸੀਂ ਇਕੱਲੇ ਨਹੀਂ, ਸਾਡਾ ਪ੍ਰਭੂ ਸਮੁੰਦਰ ਪਾਰ ਕਰਕੇ ਸਾਨੂੰ ਲੈ ਕੇ ਆਇਆ, ਫਿਕਰ ਨਾ ਕਰੋ। ਇਹਨੂੰ ਕਹਿੰਦੇ ਕਾਊਂਟਿੰਗ ਬਲੈਸਿੰਗਸ, ਆਪਣੀਆਂ ਬਰਕਤਾਂ। ਪਿੱਛੇ ਨੂੰ ਦੇਖਣਾ, ਪਿੱਛੇ ਨੂੰ ਦੇਖਣਾ। ਪਰ ਮੇਰੇ ਵਰਗਾ ਇਹ ਦੇਖਦਾ ਕਿ ਮੈਂ ਜਦੋਂ ਆਇਆ ਸੀ ਤੇ ਮੈਂ ਫਾਰਮ ਦੇ ਵਿੱਚ, ਮੇਰੀ ਜਿਹੜੀ ਪਹਿਲੀ ਜੌਬ ਸੀ ਫਾਰਮ ਦੇ ਵਿੱਚ ਸਪਰੇਅ ਕਰਨ ਦੀ ਜੌਬ ਸੀ। ਦਿਨ ਰਾਤ ਜ਼ਹਿਰਾਂ ਦੀ ਸਪਰੇਅ ਮੈਂ ਕਰਦਾ ਸੀ। ਔਰ ਉਹਨਾਂ ਚੀਜ਼ਾਂ ਦਾ ਅਸਰ ਆ, ਗੋਡੇ ਦੁਖਦੇ ਆ, ਬੈਕ ਦੁਖਦੀ ਆ, ਮੋਢਾ ਦੁਖਦੇ। ਔਰ ਪ੍ਰਭੂ ਨੇ ਉੱਥੋਂ ਚੁੱਕ ਕੇ ਆਪਣਾ ਸ਼ਬਦ ਮੇਰੇ ਮੂੰਹ ਦੇ ਵਿੱਚ ਪਾਇਆ। ਔਰ ਅੱਜ ਮੈਂ ਆਪਣੇ ਭੈਣਾਂ ਭਰਾਵਾਂ ਦੇ ਨਾਲ ਉਸ ਦਾ ਸ਼ਬਦ ਜਿਹੜਾ ਉਹ ਪੜ੍ਹਦਾ ਪਿਆ, ਸੁਣਦਾ ਪਿਆ, ਔਰ ਉਹਨਾਂ ਤੋਂ ਉਹਨਾਂ ਦੀਆਂ ਬਰਕਤਾਂ ਸੁਣਦਾ ਪਿਆ। ਕਿੱਥੋਂ ਚੁੱਕ ਕੇ ਉਸਨੇ ਮੈਨੂੰ ਜ਼ਹਿਰ ਤੋਂ ਚੁੱਕ ਕੇ ਉਸਨੇ ਮੈਨੂੰ ਆਪਣੀ ਬਰਕਤ ਦੇ ਉੱਤੇ ਬਿਠਾਇਆ। ਇਸ ਚੀਜ਼ ਨੂੰ ਮੈਂ ਕਦੇ ਨਹੀਂ ਭੁੱਲਦਾ, ਕਦੀ ਨਹੀਂ ਭੁੱਲਦਾ। ਆਪਣੀਆਂ ਬਰਕਤਾਂ ਨੂੰ ਚੇਤੇ ਰੱਖੋ। ਕਲੇਬ ਨੇ ਆਪਣੀਆਂ ਬਰਕਤਾਂ ਨੂੰ ਚੇਤੇ ਰੱਖਿਆ। ਉਸਨੇ ਦੈਂਤ ਜਿਹੜੇ ਸੀਗੇ ਉਹਦੇ ਪੈਰਾਂ 'ਚ ਸੁੱਟ ਦਿੱਤੇ। ਸਾਡੀਆਂ ਪ੍ਰੋਬਲਮ ਵੀ ਦੈਂਤਾਂ ਵਰਗੀਆਂ। ਕਲੇਬ ਪਰ ਭਰੋਸਾ ਰੱਖੋ। ਅਗਲਾ ਹਫਤਾ ਅਸੀਂ ਕਲੇਬ ਤੋਂ ਹੀ ਸ਼ੁਰੂ ਕਰਾਂਗੇ ਔਰ ਦੇਖਾਂਗੇ ਇੱਕ ਦਿਨ ਸਾਰੇ ਦਾ ਸਾਰਾ ਜਿਹੜਾ ਅਗਲਾ ਮੰਡੇ ਅਸੀਂ ਕਲੇਬ ਤੇ ਵਧਾਵਾਂਗੇ।
ਕੌਣ ਸੀ, ਕਿਹੜੇ ਕਬੀਲੇ ਵਿੱਚੋਂ ਸੀ, ਕਿਹੜੀਆਂ ਬਰਕਤਾਂ ਮਿਲੀਆਂ, ਉਹਦੇ ਆਉਣ ਦੇ ਵਿੱਚ ਅੱਗੇ ਜਾ ਕੇ ਕਿਹੜੀਆਂ ਕਿਹੜੀਆਂ ਬਰਕਤਾਂ ਉਸ ਕਬੀਲੇ ਨੂੰ ਮਿਲੀਆਂ, ਅਸੀਂ ਉਹਦੇ ਵਿੱਚ ਸਮਾਂ ਪਿਆਰੇ ਪ੍ਰਭੂ ਤੇਰਾ ਬਹੁਤ ਸ਼ੁਕਰ, ਮੈਂ ਤੇਰਾ ਬਹੁਤ ਸ਼ੁਕਰ, ਮੈਂ ਆਪਣੇ ਭੈਣਾਂ ਭਰਾਵਾਂ ਦੇ ਲਈ ਤੇਰਾ ਬਹੁਤ ਸ਼ੁਕਰ। ਖੁਦਾਵੰਦ ਏਦਾਂ ਤੇਰੇ ਵਚਨ ਨੂੰ ਇਹ ਲੋਕ ਸੁਣਦੇ ਆ ਕਿ ਅਗਰ ਇੱਕ ਛੋਟੀ ਜਿਹੀ ਪਿੰਨ ਵੀ ਡਿੱਗ ਪਏ ਖੁਦਾਵੰਦ ਉਹਦਾ ਸ਼ੋਰ ਹੋਵੇ, ਇਹ ਸ਼ਾਂਤ ਮਨ ਦੇ ਨਾਲ ਤੇਰਾ ਵਚਨ ਸੁਣਦੇ। ਇਸ ਦੇ ਵਿੱਚ ਮੇਰੀ ਕੋਈ ਵਡਿਆਈ ਨਹੀਂ, ਕਿਉਂਕਿ ਸਾਰੀ ਵਡਿਆਈ ਦਾ ਮਾਲਕ ਤੂੰ। ਪਿਆਰੇ ਪ੍ਰਭੂ ਆਪਣੇ ਲੋਕਾਂ ਨੂੰ ਤੂੰ ਬਹੁਤ ਬਰਕਤ ਦੇ, ਨੇੜੇ ਹੋ ਕੇ ਬਰਕਤ ਦੇ। ਉਹ ਵਿਸ਼ਵਾਸ ਦੇ ਪ੍ਰਭੂ ਜੀ ਜੋ ਕਲੇਬ ਦਾ ਵਿਸ਼ਵਾਸ ਕਿ ਦਿਨ ਤੱਕ ਖੜੇ ਹੋ ਜਾਣ ਔਰ ਜਿੱਤ ਪ੍ਰਾਪਤ ਕਰ। ਪਿਆਰੇ ਪ੍ਰਭੂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੇਰੇ ਘਰ ਦੇ ਵਿੱਚ ਜਾਵਾਂਗੇ, ਤੇਰੇ ਘਰ ਦੀ ਬਰਕਤ ਦੇ ਵਿੱਚ ਜਾਵਾਂਗੇ, ਭੈਣਾਂ ਭਰਾਵਾਂ ਨੂੰ ਮਿਲਾਂਗੇ ਔਰ ਤੇਰੇ ਨਾਮ ਨੂੰ ਉੱਚਾ ਕਰਾਂਗੇ, ਤੇਰੇ ਨਾਮ ਨੂੰ ਬਰਕਤ ਦੇ। ਉਸ ਦੇ ਵਿੱਚ ਪ੍ਰਭੂ ਜੀ ਤੂੰ ਸਾਡੇ ਸਭ ਦੇ ਨਾਲ ਬਣਿਆ, बुरे और बुराई तो बचा के रखी, अपनी नजदीक की तरफ बना के रखी जब तक ਅਸੀਂ ਦੁਆਰਾ ਹੋਈਏ। ये सब कुछ ਅਸੀਂ अपने प्यारे प्रभु यीशु मसीह के मिठे और प्यारे नाम ਚ और मेरे सारे ਭੈਣ ਭਰਾ ब्लेस यू। खुदावंद ਤੁਹਾਨੂੰ ਬਰਕਤ ਦੇ, ਤੁਹਾਡੇ ਸਾਰਿਆਂ ਦੇ ਨਾਲ ਬਣੇ।